ਛਤਰ ਤਖਤ ਦੇ ਮਾਲਕ, ਸਦਾ ਸਦਾ ਬਖਸ਼ਿੰਦ, 10 ਪਾਤਸ਼ਾਹੀਆਂ ਦੇ ਸਾਖਸ਼ਾਤ ਸਵਰੂਪ, ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਮਾਲਕ ਰਹਿਬਰ ਪਾਤਸ਼ਾਹ ਦੀ ਪਾਵਨ ਗੋਦ ਅੰਦਰ ਹਜ਼ੂਰ ਗੁਰ ਕਲਗੀਧਰ ਸ਼ਹਿਨਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਇਸ ਪਾਵਨ ਮਹਾਨ ਨਿਵਾਜੇ ਹੋਏ ਅਸਥਾਨ, ਜਿੱਥੇ ਹਜ਼ੂਰ ਪਾਤਸ਼ਾਹ ਜੀ ਨੇ ਬਾਲਪਣ ਦੀਆਂ ਖੇਡਾਂ ਦੇ ਨਾਲ ਇਸ ਮਹਾਨ ਧਰਤੀ ਨੂੰ ਆਪਣੀ ਚਰਨ ਛੋਹ ਬਖਸ਼ਿਸ਼ ਕਰਕੇ ਨਿਵਾਜਿਆ, ਜੋ ਪਾਵਨ ਚਰਨ ਛੋਹ ਅੱਜ ਵੀ ਇਹਨਾਂ ਕਿਨਕਿਆਂ ਦੇ ਵਿੱਚੋਂ ਮਹਿਸੂਸ ਕੀਤੀ ਜਾਂਦੀ ਹੈ। ਸਾਹਿਬ ਜੀ ਨੇ ਆਪਣੇ ਧਰਮ ਦੇ ਮਾਤਾ ਵਿਸ਼ੰਬਰਾ ਦੇਵੀ ਸਾਹਿਬ ਜੀ ਦੀ ਪਾਵਨ ਗੋਦ ਦੇ ਅੰਦਰ ਬੈਠ ਕਰਕੇ, ਜਿੱਥੇ ਮਾਂ ਦਾ ਇੱਕ ਧਰਮ ਦੀ ਮਾਂ ਦਾ ਪਿਆਰ ਜਿਹੜਾ ਸੀ, ਇਹ ਕਹਿ ਕੇ ਪਾਤਸ਼ਾਹ ਜੀ ਨੇ ਪ੍ਰਾਪਤ ਕੀਤਾ ਕਿ ਮੇਰੇ ਵਰਗਾ ਤੇ ਕੇਵਲ ਮੈਂ ਹੀ ਹਾਂ। ਹਜ਼ੂਰ ਪਾਤਸ਼ਾਹ ਜੀ ਦੇ ਐਸੇ ਪਾਵਨ ਅਸਥਾਨ 'ਤੇ ਬੜੀ ਭਾਵਨਾ ਨਾਲ ਸੱਜ ਬੈਠੇ ਗੁਰੂ ਸਵਾਰੇ ਖਾਲਸਾ ਜੀ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਇਹਨਾਂ ਪਾਵਨ ਅਸਥਾਨਾਂ ਤੋਂ ਜੋ ਮੁੱਖ ਵਾਕ ਸਾਹਿਬ ਬਖਸ਼ਿਸ਼ ਕਰਕੇ ਨਿਵਾਜਿਆ ਹੈ, ਸਾਹਿਬ ਜੀ ਦੀ ਇਸ ਪਾਵਨ ਬਖਸ਼ਿਸ਼ ਦੇ ਪਾਤਰ ਬਣੀਏ। ਅਤੇ ਨਾਲ ਹੀ ਅੱਜ ਜੋ ਹਜ਼ੂਰ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਦੇ ਅੱਜ ਦੇ ਦਿਨ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਪਹੁੰਚਣਾ ਕੀਤਾ। ਅਤੇ ਇਸ ਪਹੁੰਚਣ ਦਾ ਕਾਰਨ ਕੀ ਸੀ ਕਿ ਜੋ 52 ਰਾਜੇ ਮਹਾਰਾਜ ਸਾਹਿਬ ਜੀ ਨੇ ਰਿਹਾ ਕਰਵਾਏ, ਉਹ ਪਾਵਨ ਬੰਦੀ ਛੋੜ ਦਿਵਸ, ਜਿਸ ਨੂੰ ਸਮਾਜ ਨੇ, ਸੰਸਾਰ ਨੇ ਦੀਵਾਲੀ ਦੇ ਨਾਮ ਨਾਲ ਵੀ ਜਾਣਿਆ ਹੈ, ਇਸ ਪਾਵਨ ਦਿਹਾੜੇ 'ਤੇ ਮਹਾਰਾਜ ਦੀ ਗੋਦ ਅੰਦਰ ਸੱਜ ਬੈਠੇ ਹਾਂ। ਆਓ ਸ਼ਬਦ ਵਿਚਾਰ ਪ੍ਰਾਰੰਭ ਕਰੀਏ। ਅਰਦਾਸ ਕਰੀਏ, ਮਾਲਕ ਜੀ ਕਲਯੁਗੀ ਜੀਵਾਂ ਨੂੰ ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਬਖਸ਼ਿਓ, ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਬਖਸ਼ਿਓ, ਕੁਝ ਕਹਿਣ ਸੁਣਨ ਦਾ ਬਲ ਬਖਸ਼ਿਸ਼ ਕਰੋ। ਆਓ ਜਿਤਨੇ ਵੀ ਸਰੀਰ ਜੁੜ ਮਿਲ ਬੈਠੇ ਹਾਂ, ਭਾਵਨਾ ਦੇ ਨਾਲ ਇੱਕ ਦਫਾ ਉਚਾਰਨ ਕਰੋ ਔਰ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਟੋਡੀ ਮਹੱਲਾ ਪੰਜਵਾ। ਹਜ਼ੂਰ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਪਾਵਨ ਬਚਨ ਟੋਡੀ ਰਾਗ ਅੰਦਰ ਸੁਭਾਏਮਾਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 713 ਅੰਗ 'ਤੇ ਪਾਵਨ ਬਚਨ ਸੁਭਾਏਮਾਨ ਨੇ। ਥੋੜ੍ਹਾ ਜਿਹਾ ਇਸ ਪਾਵਨ ਸ਼ਬਦ ਨੂੰ ਆਪਾਂ ਅੱਖਰੀ ਅਰਥਾਂ ਅੰਦਰ ਦੇਖੀਏ ਤਾਂ ਹਜ਼ੂਰ ਕਿਰਪਾ ਕਰਦੇ ਨੇ, ਸਤਿਗੁਰ ਆਇਓ ਸਰਣ ਤੁਹਾਰੀ, ਕਿ ਐ ਮੇਰੇ ਸਤਿਗੁਰੂ ਪਾਤਸ਼ਾਹ, ਅਸੀਂ ਜੀਵ ਤੇਰੀ ਸ਼ਰਨ ਵਿੱਚ ਆਏ ਹਾਂ। ਅਤੇ ਸ਼ਰਨ ਵਿੱਚ ਆਉਣ ਦਾ ਸਾਡਾ ਕੋਈ ਮਕਸਦ ਹੈ, ਸਾਡਾ ਕੋਈ ਮਨੋਰਥ ਹੈ। ਜੇ ਅਸੀਂ ਹਜ਼ਾਰਾਂ ਕਿਲੋਮੀਟਰਾਂ ਦਾ ਪੰਧ ਤੈਅ ਕਰਕੇ ਤੇਰੇ ਤੱਕ ਆਏ ਹਾਂ, ਅਤੇ ਇਹਦੇ ਵਿੱਚ ਸੱਚ ਹੈ ਕਿ ਸਾਡੇ ਅੰਦਰ ਭਾਵਨਾ ਵੀ ਬੜੀ ਪ੍ਰਬਲ ਹੈ, ਪਰ ਉਸ ਭਾਵਨਾ ਦੇ ਨਾਲ ਨਾਲ ਸਾਡੇ ਜੀਵਨ ਦੀਆਂ ਕੁਝ ਲੋੜਾਂ ਨੇ, ਭਾਵੇਂ ਉਹ ਸਰੀਰਕ ਹੋਣ, ਭਾਵੇਂ ਉਹ ਸਾਡੇ ਮਨ ਦੀਆਂ ਹੋਣ। ਜ਼ਰੂਰੀ ਨਹੀਂ ਹਰ ਬੰਦੇ ਦੀ ਮੰਗ ਜਿਹੜੀ ਹੈ ਉਹ ਸਰੀਰ ਤੱਕ ਸੀਮਤ ਹੁੰਦੀ ਹੈ। ਬੜੇ ਐਸੇ ਵੀ ਨੇ ਜਿਹੜੇ ਮਹਾਰਾਜ ਦੇ ਦਰ 'ਤੇ ਆ ਕੇ ਨਾਮ ਦੀ ਮੰਗ ਵੀ ਮੰਗਦੇ ਨੇ। ਉਸ ਤੋਂ ਬਾਅਦ ਐਸਾ ਵੀ ਹੋ ਜਾਂਦਾ ਹੈ ਸਾਡੇ ਜੀਵਨ ਵਿੱਚ ਕੁਝ ਦੁੱਖ ਹੁੰਦੇ ਨੇ ਜਿਹੜੇ ਸਾਡੇ ਸਰੀਰ ਨਾਲ ਜੁੜੇ ਨੇ, ਕੁਝ ਦੁੱਖ ਨੇ ਜਿਹੜੇ ਬਾਹਰੋਂ ਸਰੀਰ ਕਰਕੇ ਬੰਦਾ ਬੜਾ ਰਿਸ਼ਟ ਪੁਸ਼ਟ ਤੰਦਰੁਸਤ ਦਿਸਦਾ ਹੈ, ਪਰ ਮਨ ਕਰਕੇ ਬੜਾ ਦੁਖੀ ਹੈ। ਇੱਕ ਉਹ ਮਨ ਕਰਕੇ ਦੁਖੀ ਹੋਣ ਦਾ ਭਾਵ ਉਹਨੂੰ ਚਿੰਤਾਵਾਂ ਨੇ, ਫਿਕਰ ਨੇ, ਝੋਰੇ ਨੇ। ਫਿਰ ਇਸ ਤੋਂ ਅੱਗੇ ਇੱਕ ਉਹ ਵੀ ਮਨੁੱਖ ਹੁੰਦੇ ਨੇ ਜਿਹੜੇ ਮਨ ਕਰਕੇ ਕਿਸੇ ਐਸੀ ਚੀਜ਼ ਤੋਂ ਦੁਖੀ ਨੇ ਜਿਹੜੀ ਚੀਜ਼ ਨੂੰ ਉਹ ਛੱਡਣਾ ਚਾਹੁੰਦੇ ਨੇ, ਕਿਉਂਕਿ ਦੁੱਖ ਦੋ ਤਰ੍ਹਾਂ ਦੇ ਨਾਲ ਹੈ। ਇੱਕ ਤਾਂ ਉਹ ਹੈ ਜਿਹੜੀ ਚੀਜ਼ ਸਾਨੂੰ ਪ੍ਰਾਪਤ ਨਹੀਂ ਹੋਈ, ਅਸੀਂ ਉਹਦੀ ਚਿੰਤਾ ਦੇ ਵਿੱਚ ਹਾਂ ਵੀ ਇਹ ਪਤਾ ਨਹੀਂ ਮੈਨੂੰ ਮਿਲੇਗੀ ਇਹ ਚੀਜ਼ ਜਾਂ ਨਹੀਂ ਮਿਲੇਗੀ, ਇਹ ਜਨਮ ਦੇ ਵਿੱਚ ਪ੍ਰਾਪਤੀ ਹੋਏਗੀ ਕਿ ਨਹੀਂ, ਇਸ ਜਨਮ ਵਿੱਚ ਘਰ-ਬਾਰ ਬਣੇਗਾ ਕਿ ਨਹੀਂ, ਇਸ ਜਨਮ ਵਿੱਚ ਫਲਾਣਾ ਕੰਮ ਮੇਰਾ ਹੋਏਗਾ ਕਿ ਨਹੀਂ। ਇੱਕ ਹੈ ਕਿਸੇ ਚੀਜ਼ ਦੀ ਪ੍ਰਾਪਤੀ ਹੋਣ ਦੀ ਚਿੰਤਾ, ਪਰ ਇੱਕ ਉਹ ਸਭ ਤੋਂ ਵੱਡੀ ਚਿੰਤਾ ਹੁੰਦੀ ਹੈ ਜਿੱਥੇ ਕੋਈ ਚੀਜ਼ ਪ੍ਰਾਪਤ ਹੈ ਪਰ ਅਸੀਂ ਉਹਨੂੰ ਛੱਡਣਾ ਚਾਹੁੰਦੇ ਹਾਂ, ਪਰ ਉਹ ਸਾਡੇ ਜੀਵਨ 'ਚੋਂ ਛੁੱਟਦੀ ਨਹੀਂ ਪਈ, ਜਿਸ ਦੇ ਵਾਸਤੇ ਹਜ਼ੂਰ ਦੇ ਪਾਵਨ ਹਜ਼ੂਰੀ ਵਿੱਚ ਸਿੱਖ ਅਰਦਾਸ ਕਰਦਾ ਹੈ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵਹੁ, ਇਹ ਭੀਤਰ ਤੇ ਇਨਕੋ ਡਰ ਰਹੋ, ਆਪਣ ਨਿਕਟ ਬੁਲਾਵਹੁ, ਕਿ ਦਾਤਾ ਜੀ ਇਹਨਾਂ ਤੋਂ ਸਾਨੂੰ ਛਡਾ। ਅਸੀਂ ਛੁੱਟਣਾ ਚਾਹੁੰਦੇ ਹਾਂ, ਪਰ ਇਹ ਭੈੜੀਆਂ ਆਦਤਾਂ, ਜਿੰਜ ਕਹਿ ਲਓ ਇਹ ਐਬ, ਇਹ ਔਗਣ ਜਿਹੜੇ ਸਾਨੂੰ ਛੱਡਦੇ ਨੇ। ਸਾਰੇ ਸ਼ਬਦ ਅੰਦਰ ਮਹਾਰਾਜ ਜੀ ਇਹ ਸਮਝਾਉਣਗੇ ਕਿ ਦਾਤਾ ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ,
शरण विच आउण दा साडा कोई मनोरथ, साडा कोई मकसद है, पर यह नहीं कि असी स्वार्थी हाँ, स्वार्थी नहीं हाँ। पर यह सच है जे असी तेरी शरण च आके तेरे तो नहीं मंगांगे तो असी जावांगे कित्थे? क्योंकि गुरु तो मंगना ये स्वार्थ नहीं हुंदा। बाणी पढ़ के गुरु अगे अरदास करके कोई दात मंग लैनी, ये स्वार्थ नहीं। भगत धन्ना जी भी मंगते ने, भगत कबीर जी भी मंगते ने कि किते कह रहे ने दाल सीधा मांगो घीओ हमरा खुशी करे ने तो जीओ। ਵੱਖ-ਵੱਖ चीज़ां जिहड़ियां संसारी लोड़ां भगतां ने भी मंगियां ने। अगे चल के साहब कहंदे दाता तेरे कोल तां आए आ क्योंकि साडी जिंदगी दे विच कोई दूजी ठाहर जिहड़ी आ वो साडे कोल है नहीं। असी सगल द्वार को छड्ड के गहिओ तुहारो द्वार, बाहें गहे की लाज अस गोबिंद दास तुहार। असी तेरे इस पावन हजूरी अंदर हार के थक के मेल लहो दयाल ढह पए दुआरिया वाली खेड ते आ गए आ। हुण तू साडे ते इक किरपा कर कि साडे लेखे ना वेखी। जदों तू साडे लेखे वेखेगा, साडे हिसाब किताब करेगा तो दाता साडी हालत तो ऐसी है कि माटी का क्या धोप है स्वामी, मानस की गत यही कि मिट्टी नूं किन्ना कु कोई धो देवेगा। जिन्नी बार मर्जी मिट्टी नूं पानी विच पाई जाओ, सारी जिंदगी तुसीं मिट्टी नूं पानी विच पा पा के बुक भर के पानी च सुੱਟੋ, फिर उन्होंने बाहर कढ़ लो, फिर पानी च सुੱਟ दो साफ पानी च। जिन्नी बार मिट्टी पानी च सुੱਟੋਗੇ उन्नी बार पानी गंदा हो जाएगा। पर जे कोई बंदा सोचे मिट्टी नूं धोण दे नाल पानी साफ हो जाएगा, मिट्टी धोती जाएगी, ये उहदे मन दा भुलेखा है। तो दाता जी साडा जीवन कुछ इस तरह का है। साडा जिंदगी दे अंदर जे असीं कहीए कि साडा न्याय कर मालका, जे तू न्याय करन ते आ गया, इस जन्म की गल छड्ड असीं किसी जन्म भी छुट नहीं सकते। तू साडे लेखे ना वेखी, तू साडे गुण अवगण ना वेखी, तू साडा सुभाਅ ना वेखी, तू साडे अवगुणां नूं ना वेखी। किरपा करके दाता अपने सुभाਅ की प्रतिपालना करके पढ़दे पा दी। अखीर महाराज साहब जी कहणगे सद बख्शिंद सदा मेहरबाना दाता, असी तां इस गल दे तेरी हजूरी च आए क्योंकि दुनिया के किसी भी दर ते जाके असी जे अपना अवगण दसांगे उन्हां लोकां ने साडे अवगण ते पर्दा नहीं पाउणा। सच ये है उन्हां लोकां ने साडे अवगण नूं जग जाहर करना है। दुनिया उत्ते असी लखां मित्र बना के कह दईए इस मित्र ते मैनूं रब वर्गा विश्वास है, आपां आम ही कहने आ फलाणे ते मैनूं रब वर्गा विश्वास है, पर बिल्कुल साडी ये धारना गलत है। रब वर्गा विश्वास किसे ते भी नहीं किया जा सकता। कारण की है, तुसी जिन्नों मर्जी अपना दुख सुना के देख लो, वो भावें एक बंदे नूं ही दस्सिओ दस्सेगा जरूर। साडे जीवन की कमी खामी जग जाहर हो जाए। जेड़े लोकी कहंदे मैनूं फलाना रब वर्गा सी, उही बंदा सब तो पहला तुहाडी सीक्रेट गल दुनिया के सामने रखदा है। एक रब ही ऐसा है जिहड़ा सारा कुछ देखदियां होइयां भी पर्दे पाई बैठा। की नहीं साडी जिंदगी विच हैगा, हर गुण हर अवगण हर गुनाह आपां मनुखां ने जिंदगी च कीता हुंदा है। परमात्मा सारा कुछ साहिब दी बाणी च बचन आउंदा गुर कलगीधर पातशाह, अवगण देखत है पर देत ना हर है। वो अवगण वेंदा सारियां दे वेंदा पिया, कोई अक्कां मीच के नहीं बैठा, पर उन्हें कदी किसी दे अवगण जिहड़े वो जग जाहर नहीं कीते। इसलिए हजूर अखीर कहणगे दाता तेरी शरण विच आए आ ते तू किरपा कर, कोई ऐसा किरपालू साधु कोई सतपुरख मिला जिस दे द्वारा असी तेरे शब्द की कमाई कर सकीए। ते इस वार भाव आ जिहड़ा सानू मनुखा जन्म मिलिया है, पहलां असी लखां वार इस मार्ग तो भटके आ। यही कारण सी असी हर वार मनुखा जन्म प्राप्त किया, हर वार असी रस्ते तो खुंज गए, हर वार असी 84 के गेट विच भटके, पर राख ले हो यह बारी। दाता इस वार सानू जरूर तू रख लेना कर। वार वार सानू मात गर्भ और अगन बसेरा वाला ये जिहड़ा दुख है ये सानू वार वार प्राप्त ना होवे। ये केवल शब्द के अखरी अर्थ ने। विस्तार सहित जो इतिहास की घटना लैके तुरांगे, सब कहते सतगुर आयो शरण तोहारी। ऐ मेरे दाता असीं कलयुगी जीव शरीर करके तेरी शरण विच आ गए हाँ, क्योंकि शरण विच आउणा दो तरह के नाल है। एक असी शरीर करके सारे ही महाराज की शरण विच आए बैठे हाँ, एक हुंदा मन करके महाराज की शरण विच आउणा। ऐसा हो जाता है कई बार असी बाहर किते होइए, शरीर करके असी किसी सेवा विच किसी रुझेवें विच होइए, पर साडा मन जिहड़ा हाज़री भर रहा हुंदा। जिवें कई बार पिंडां शहरां दे विच गुरु घर दा स्पीकर साडे घर तक आवाज़ पहुँचाउंदा है। अमृत वेले गुरु का वजीर ग्रंथी सिंह मुख वाक लैंदा, उदों आपां तकरीबन सारे सवेरे घरां दे विच कोई पशुआं दा काम कर रहा है, कोई खेतां विच खड़ा है,
पर जिवें ही अमृत वेले गुरु घर चों स्पीकर आउण हुंदा है, आवाज़ निकलदी, सतनाम वाहिगुरू दा होका मिलदा है, ते हर एक जागदा होया मनुख जिहड़ा गुरु घर वाल नूं मूँह करके हत्थ जोड़ दिंदा कि महाराज दा मुख वाका रिहा। उस वक्त उहदी हाज़री शरीर करके भावें वो खेतां विच खड़ा है जां घरे कोई अपने पशु माल डंगर नूं सांभ रिहा, पर मन करके वो उस गुरु घर वाल नूं सीस झुका दिंदा, उहदी हाज़री लगदी। जदों असीं इतिहास की एक घटना वेखदे हां, ਸਾਹਿਬ गुरु गोबिंद सिंह साहिब महाराज आनंदपुर साहिब की पावन धरती ते सुभाएमान समा आउंदा है कि महाराज दे कोल ਪਹਿਰੇ ਤੇ ਰਹਿਣ वाले सिखां नूं खबर मिली अज नगर दे विच कोई तमाशा होना, रात नूं कोई मेला है जां कोई नाटक खेडिया जाना है। आपस विच सलाह हुई, कुछ कह रहे ने आपां चलदे हां ते कुछ कह रहे नहीं, आपां नूं महाराज दी सेवा छड्ड के नहीं जाना चाहिदा। हुण कई जिन्हां दा मन ते कंट्रोल नहीं सी, वो कहिंदे भी आपां जावांगे, कारण की भी महाराज नूं किहड़ा पता लगना है। ये साडी अज भी हालत है भी आपां काम पासे जा के कर लैंदे आ, महाराज नूं किहड़ा पता लगना। वो कहिंदे भी महाराज तां सुत्ते पए ने, आपां चलदे आ। सलाह हुई, उन्होंने तमाशा वेखिया, आखिर वो सवेर हुई तो वापस आए। दीवान सजदा है, साहिब गुरु गोबिंद सिंह साहिब महाराज कहिंदे रात जिहड़े तमाशा वेखण गए सी वो खड़े होवो। हुण जिहड़े नहीं सी गए उन्हां दे मन विच चाह पैदा हो गया भी वेख्या असीं नहीं गए तो असीं चंगे रह गए, हुण इन्हां नूं महाराज ने खड़े कीता, इन्हां नूं सज़ा भी मिलेगी, हो सकदा महाराज इन्हां नूं पासे कर देण, इन्हां नूं अपने घर तो कढ देण। उन्हां दे मन च चाहे भी असीं चंगे रह गए, नहीं गए, पर जिहड़े गए सी उन्हां नूं जदों महाराज ने खड़े कीता ते कोल बुला के कहिंदे ने तुसीं हाज़र सीगे। हुण जिहड़े उत्थे रहण वाले सीगे वो हैरान हो गए भी महाराज ये तां गैर हाज़र सी, असीं हाज़र सी। गुर कलगीधर पातशाह ने फिर जिहड़ा शब्द वरतिया कि सिखो ये भावें तमाशा वेंदे सी पर इन्हां दी सुरत जिहड़ी सी साडे पलंग दे नेड़े नेड़े घुमदी पई सी। ये भी नहीं कि साडे तो दूर, बिल्कुल साडे पलंग दे नेड़े घुमदी सी भी गुरु गोबिंद सिंह महाराज हुण भी जागे, हुण भी उठे ते हुण भी महाराज नूं पता लगा ते तुसीं नहीं सी गए ते तुहाडी सुरत जिहड़ी सी तमाशे करन वालियां दे नेड़े घुमदी सी भी वो इस तरह नੱਚਦੇ होणगे, इस तरह खेडदे होणगे। उत्थे महाराज ने फिर शब्द वरतिया सी हाज़र गैर हाज़र, गैर हाज़र हाज़र। कई बार जिंदगी च ऐसी खेड वरत जाती है कि असी शरीर करके एक हाज़र होने, एक मन करके हाज़र होने, दो हाज़रियां होंदियां साडियां। गुरु तरस करे साडियां दोवें इक्को टाइम लगन। इसलिए साहिब पातशाह कहंदे दाता सतगुर आयो सरन तुहारी, असी मन करके भी ते शरीर करके भी साहिब जी तेरी शरण विच आए आ। साडा तेरी शरण विच आउण दा मनोरथ मकसद की है? मिलै सुख नाम हर शोभा चिंता लाहे हमारी। दाता तेरी इस शरण दे विचों सानू सुख मिले। कारण की? क्योंकि जिस सुख नूं असीं दुनिया दे विच लभ्या अज पता लगा भी दुनिया विच ते सुख है ही नहीं सी। इहदा ये कारण है कि असीं जिथों सुख लैण जाने आ, जिस थां तो हुण तुसीं सब्जी वाली दुकान ते जाके कहो भी सानू सोना चाहिदा है, वो नहीं वेचेगा। जे तुसीं सुनारे कोल जाके कहो भी सानू प्याज चाहिए ने, सानू गंढे, सानू आलू चाहिए ने, वो कहेगा नहीं मूर्खा, इस दुकान उत्ते चीज़ है ही नहीं, असीं तैनूं कित्थों दे दईए। जिन्हां संसार दे जीवां तो लोकां तो असीं सुख लभ्या, ये उन्हां दा दोष नहीं। आपां कई बार गिला शिकवा करदे फलाणे ने मैनूं सुख नहीं दिता, असल विच उहदे कोल है नहीं सी। साहिब दी बाणी च गुरु तेग बहादुर महाराज एक वचन कहिंदे ने, भलिया जे तूं सਦੀवी सुख चाहुंदा है, क्योंकि एक सुख हुंदा है भी झट दी झट प्राप्त होया, परत के फिर वो दुख दे विच बदल गया। खुशी आई, थोड़ी देर चेहरे दे उत्ते रौनक है, 2 घंटिਆਂ बाद बंदा फिर मुरझाया बैठा है। जे तू सदीवी सुख चाहुंदा है तो गुरु तेग बहादुर महाराज कहंदे ने तू मालक दी शरण लै। बचन पढ़दे हो, जो सुख कहो चाह है सदा शरण राम की लेह। कि जे तू सदीवी सुख चाहुंदा है, जिहड़ा सुख कदी तेरे तो दूर ही ना होवे, जिहड़ा सुख जिंदगी चों खत्म ही ना होवे, तां साहिब पातशाह जी मिलै सुख, सानू वो सुख मिले। फिर नाम हर शोभा, हरी पातशाह जी सानू तेरे दर घर तो वडियाई मिले, सानू नाम दी दात मिले। क्योंकि ये नाम दी दात असी रोज़ अरदास एक वचन पढ़ते, दाना सिरदान नाम दान। ये नाम एक दान रूप दे विच है। जिस दिन असी असल भिखारी बनांगे, एक असल भिखारी हुंदा, एक नकली भिखारी हुंदा। नकली भिखारी बड़े फड़े जाते हैं अजकल भी ये नकली मंगता सी। शायद तुसी वेख्या होवे इत्थे हरमंदर गली च एक भिखारी बैठा हुंदा है। चलो जे मैं उहदा बाहला जिक्र करता तुसी उहनूं रुपया धेली देण तो हट जाना है, पर मैनूं एक बार पता लगा भी ये जिहड़ा बंदा बैठा है ना, ज्ञानी जी किसी ने दस्सिया भी ये है भावें भिखारी जापदा है, ਇਹਦੀ ਹਾਲਤ ਜਿਹੜੀ ਇਸ ਤਰ੍ਹਾਂ, ਪਰ ਕਹਿੰਦੇ ਤੁਹਾਨੂੰ ਨਹੀਂ ਪਤਾ ਹੈਗਾ ਇਹ ਬੰਦਾ ਸਰਕਾਰੀ ਨੌਕਰੀ ਕਰਦਾ ਹੈ।
ਤੇ ਆਪਣੀ ਨੌਕਰੀ ਤੋਂ ਜਦੋਂ ਇਹ ਵਿਹਲਾ ਹੋ ਜਾਂਦਾ ਹੈ, ਚੰਗੇ ਡਿਪਾਰਟਮੈਂਟ ਵਿੱਚ ਚੰਗੀ ਇਹਦੀ ਤਨਖਾਹ ਵਾ, ਪਰ ਇਹ ਰਹਿੰਦਾ ਇਸ ਤਰ੍ਹਾਂ ਵੀ ਇੱਥੇ ਆ ਕੇ ਭਿਖਾਰੀ ਬਣਦਾ, ਲੱਖਾਂ ਦਾ ਮਾਲਕ ਹੈ ਪਰ ਗਲੀ 'ਚ ਲੋਕਾਂ ਤੋਂ ਹੱਥ ਅੱਡ ਕੇ ਮੰਗਦਾ। ਹੁਣ ਉਹਨੂੰ ਅਸੀਂ ਨਕਲੀ ਭਿਖਾਰੀ ਕਹਿ ਸਕਦੇ ਹਾਂ। ਬੜੇ ਇਸ ਤਰ੍ਹਾਂ ਦੇ ਲੋਕ ਮਿਲਦੇ ਨੇ ਜ਼ਿੰਦਗੀ 'ਚ। ਹੁਣ ਇੱਕ ਹੁੰਦਾ ਅਸਲੀ ਭਿਖਾਰੀ। ਤਾਂ ਹੁਣ ਇੱਥੇ ਕੀ ਹੈ, ਦਾਤਾ ਅਸੀਂ ਤੇਰੇ ਦਰ ਦੇ ਭਿਖਾਰੀ ਹਾਂ, ਕਿਉਂਕਿ ਤੂੰ ਨਾਮ ਜਿਹੜਾ ਉਹ ਦਾਨ ਰੂਪ ਵਿੱਚ ਦੇਣਾ ਹੈ। ਦਾਨਾ ਸਿਰ ਦਾਨ ਨਾਮ ਦਾਨ। ਤਾਂ ਹਜ਼ੂਰ ਪਾਤਸ਼ਾਹ ਜੀ ਕਹਿੰਦੇ ਨੇ, ਬਾਣੀ ਅੰਦਰ ਇੱਕ ਬਚਨ ਆਉਂਦਾ ਹੈ, ਹਮ ਭਿਖਕ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ। ਕਿ ਦਾਤਾ ਅਸੀਂ ਤੇਰੇ ਘਰ ਦਰ ਦੇ ਭਿਖਾਰੀ ਹਾਂ ਅਤੇ ਤੂੰ ਸਾਡੇ 'ਤੇ ਦਿਆਲ ਹੋ ਕੇ ਸਾਨੂੰ ਨਾਮ ਦੇ, ਫਿਰ ਸਾਨੂੰ ਸ਼ੋਭਾ ਵੀ ਦੇ। ਕਿਉਂਕਿ ਦੇਖੋ ਅਸੀਂ ਜਿਹੜੀ ਵਡਿਆਈ ਮਾਲਕ ਤੋਂ ਮੰਗਣੀ ਹੈ, ਇਹ ਸਾਡਾ ਹੱਕ ਬਣਦਾ। ਇਹ ਨਹੀਂ ਕਿ ਅਸੀਂ ਤੇਰੀ ਬੰਦਗੀ ਕਰੀਏ ਅਤੇ ਲੋਕ ਸਾਡਾ ਨਿਰਾਦਰ ਕਰਨ, ਅਸੀਂ ਤੇਰੀ ਬੰਦਗੀ ਕਰੀਏ ਅਤੇ ਸੰਸਾਰ 'ਤੇ ਕੋਈ ਇੱਜ਼ਤ ਨਾ ਹੋਵੇ। ਨਹੀਂ, ਤੂੰ ਦੂਣ ਚੌਣ ਦੇ ਵਡਿਆਈ ਸੋਭਾ ਨੀਤਾ ਨੀਤ। ਕਿ ਦਾਤਾ ਜੀ ਤੇਰੇ ਘਰ ਦੇ ਵਿੱਚ ਬੰਦਗੀ ਕਰਨ ਵਾਲਿਆਂ ਨੂੰ ਦੂਣੀ ਚੌਣੀ ਵਡਿਆਈ ਮਿਲਦੀ ਆ। ਆਪਾਂ ਕਹਿੰਦੇ ਨਾ ਦੁੱਗਣੀ ਚੌਗਣੀ ਵਡਿਆਈ। ਸਾਹਿਬ ਨੇ ਬਾਣੀ 'ਚ ਕਿਹਾ, ਦੂਣ ਚੌਣ ਦੇ ਵਡਿਆਈ ਸੋਭਾ ਨੀਤਾ ਨੀਤ। ਤੂੰ ਆਪਣੇ ਪਿਆਰਿਆਂ ਨੂੰ ਵਡਿਆਈਆਂ ਦੇਣਾ, ਮਾਣ ਇੱਜ਼ਤ ਸਨਮਾਨ ਦੇਣਾ। ਸਾਹਿਬ ਦੀ ਬਾਣੀ 'ਚ ਇੱਕ ਬਚਨ ਪੜ੍ਹਦੇ ਹਾਂ, ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁੱਤ ਦੇ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕੋਈ। ਕਿ ਦਾਤਾ ਮੈਂ ਮਾਨ ਮੰਗੋ, ਮੈਂ ਹੰਕਾਰ ਵਾਲਾ ਮਾਨ ਨਹੀਂ ਜਿਹਨੂੰ ਆਪਾਂ ਕਹਿੰਦੇ ਹੁੰਦੇ ਬੰਦੇ ਨੂੰ ਬੜਾ ਮਾਣ ਹੈ। ਮਾਣ ਦਾ ਅਰਥ ਹੈ ਮੈਂ ਸਨਮਾਨ ਚਾਹੁੰਦਾ ਸੰਸਾਰ 'ਤੇ। ਇਹ ਨਹੀਂ ਮੈਂ ਤੇਰਾ ਭਗਤ ਹੋਵਾਂ ਅਤੇ ਜਣਾ ਖਣਾ ਮੇਰੀ ਬੇਇੱਜ਼ਤੀ ਕਰਕੇ ਤੁਰਿਆ ਜਾਵੇ। ਮਾਨ ਮੰਗੋ, ਮੈਂ ਮਾਣ ਮੰਗਦਾ ਤੇਰੇ ਘਰ ਤੋਂ, ਮੈਂ ਵਡਿਆਈ ਮੰਗਦਾ, ਮੈਨੂੰ ਚਾਹੀਦੀ ਹੈ, ਮੈਨੂੰ ਲੋੜ ਹੈ ਸਮਾਜ ਵਿੱਚ ਰਹਿਣ ਵਾਸਤੇ। ਤਾਂ ਹਰੀ ਪਾਤਸ਼ਾਹ ਜੀ ਸ਼ੋਭਾ ਪ੍ਰਾਪਤ ਹੋਵੇ, ਚਿੰਤਾ ਲਾਹੇ ਹਮਾਰੀ। ਤੂੰ ਤਰਸ ਦੇ ਘਰ ਵਿੱਚ ਆ ਕੇ ਸਾਡੀ ਚਿੰਤਾ ਜਿਹੜੀ, ਸਾਨੂੰ ਇੱਕ ਚਿੰਤਾ ਨਹੀਂ ਬੜੀਆਂ ਚਿੰਤਾਵਾਂ ਨੇ ਸਾਡੇ ਕੋਲ। ਸਾਨੂੰ ਆਪਣੀਆਂ ਚਿੰਤਾ ਨੇ, ਅਗਲਿਆਂ ਪਿਛਲਿਆਂ ਦੀਆਂ ਚਿੰਤਾ ਨੇ, ਸਾਨੂੰ ਪਰਲੋਕ ਦੀਆਂ ਚਿੰਤਾ ਨੇ, ਸਾਨੂੰ ਸਾਡੇ ਕੀਤੇ ਹੋਏ ਕਰਮਾਂ ਦੀ ਜਿਹੜੀ ਸਜ਼ਾ ਮਿਲਣੀ ਉਹਦੀਆਂ ਚਿੰਤਾ ਨੇ, ਸਾਨੂੰ ਬੀਤ ਚੁੱਕੇ ਦੀ ਚਿੰਤਾ ਹੈ, ਭਵਿੱਖ ਦੀ ਚਿੰਤਾ ਹੈ। ਦਾਤਾ ਤੂੰ ਕਿਰਪਾ ਕਰਕੇ ਸਾਰੀਆਂ ਸਾਡੀਆਂ ਚਿੰਤਾਵਾਂ ਜਿਹੜੀਆਂ ਉਹ ਲਾ ਦੇ। ਇਸ ਕਰਕੇ ਅਸੀਂ ਤੇਰੀ ਸ਼ਰਨ ਆਏ ਹਾਂ। ਜਿਵੇਂ ਸਾਨੂੰ ਪਤਾ ਲੱਗਾ ਫਲਾਣਾ ਡਾਕਟਰ ਜਾਂ ਫਲਾਣਾ ਵੈਦ ਹਕੀਮ ਜਿਹੜਾ ਉਹ ਹਰ ਬਿਮਾਰੀ ਨੂੰ ਖਤਮ ਕਰ ਦਿੰਦਾ, ਆਪਾਂ ਉਹਦੇ ਕੋਲ ਜਾਈਏ, ਉਹ ਪੁੱਛੇ ਕਿਵੇਂ ਆਏ ਹੋ, ਅਤੇ ਆਪਾਂ ਕਹਿੰਦੇ ਜੀ ਫਲਾਣੀ ਬਿਮਾਰੀ ਹੈ। ਜੋ ਕਵੇ ਤੁਹਾਡੇ ਪਿੰਡ 'ਚ ਡਾਕਟਰ ਨਹੀਂ ਹੈਗਾ, ਤੁਹਾਡੇ ਸ਼ਹਿਰ ਦੇ ਵਿੱਚ ਕੋਈ ਵੈਦ ਨਹੀਂ ਹੈਗਾ ਸੀ, ਅਤੇ ਆਪਾਂ ਕਹਿੰਦੇ ਵੀ ਅਸੀਂ ਇੰਨੇ 100 ਕਿਲੋਮੀਟਰ ਤੋਂ ਤਾਂ ਆਏ ਹਾਂ ਜੀ, ਤੁਹਾਡੇ ਬਾਰੇ ਦੱਸ ਪਈ ਸੀ ਕਿ ਇਹ ਰੋਗ ਤੁਸੀਂ ਠੀਕ ਕਰ ਦਿੰਦੇ ਹੋ। ਨਹੀਂ ਤਾਂ ਡਾਕਟਰ ਤਾਂ ਸਾਡੇ ਸ਼ਹਿਰ 'ਚ ਵੀ ਬੜੇ ਬੈਠੇ ਸੀ, ਪਰ ਅਸੀਂ ਜੇ 500-700 ਕਿਲੋਮੀਟਰ ਚੱਲ ਕੇ ਆਏ ਹਾਂ, ਕਾਰਨ ਸਾਨੂੰ ਪਤਾ ਲੱਗਾ ਵੀ ਤੁਸੀਂ ਇਸ ਰੋਗ ਨੂੰ ਠੀਕ ਕਰ ਦਿੰਦੇ ਹੋ। ਆਪਾਂ ਉਹਨੂੰ ਖੁੱਲ੍ਹ ਕੇ ਕਹਿੰਦੇ ਹਾਂ। ਇਸੇ ਤਰ੍ਹਾਂ ਦਾਤਾ ਸਾਨੂੰ ਪਤਾ ਲੱਗਾ ਹੈ ਤੂੰ ਸਾਨੂੰ ਨਾਮ ਵੀ ਦੇਣਾ ਹੈ ਆਪਣੇ ਸਿੱਖਾਂ ਨੂੰ, ਤੂੰ ਸ਼ੋਭਾ ਵੀ ਦੇਣਾ ਹੈ, ਤੂੰ ਉਹਨਾਂ ਨੂੰ ਆਤਮਿਕ ਸੁੱਖ ਵੀ ਦੇਣਾ ਹੈ, ਅਤੇ ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਜਿਹੜੀਆਂ ਖਤਮ ਕਰ ਦੇਣਾ ਹੈ। ਇਸ ਕਰਕੇ ਸਤਿਗੁਰ ਆਇਓ ਸ਼ਰਨ ਤੁਹਾਰੀ। ਅਸੀਂ ਕਲਯੁਗੀ ਜੀਵ ਤੇਰੀ ਸ਼ਰਨ ਵਿੱਚ ਆਏ ਹਾਂ। ਰਹਾਓ ਠਹਿਰਾਓ ਦੇ ਕੇ ਸਾਹਿਬ ਕਿਰਪਾ ਕਰਦੇ ਨੇ, ਅਵਰ ਨਾ ਸੂਝੈ ਦੂਜੀ ਠਾਹਰ ਹਾਰ ਪਰਿਓ ਤਉ ਦੁਆਰੀ। ਦਾਤਾ ਸਾਨੂੰ ਹੋਰ ਕੋਈ ਠਾਹਰ ਜਿਹੜੀ ਕੋਈ ਆਸਰਾ ਜਿਹੜਾ ਉਹ ਸੁੱਝਦਾ ਹੀ ਨਹੀਂ ਹੈ। ਇੱਕ ਸ਼ਬਦ ਹੁੰਦਾ ਸੁੱਝਣਾ, ਜਿਵੇਂ ਆਪਾਂ ਆਮ ਹੀ ਪਿੰਡਾਂ ਸ਼ਬਦ ਕਹਿੰਦੇ ਮੈਨੂੰ ਇਹ ਗੱਲ ਸੁੱਝੀ ਨਹੀਂ, ਉਹਨੇ ਮੈਨੂੰ ਆਹ ਗੱਲ ਕਹੀ ਪਰ ਮੈਨੂੰ ਅੱਗੋਂ ਸੁੱਝਿਆ ਨਹੀਂ ਮੈਂ ਉਹਨੂੰ ਕੀ ਕਹਿੰਦਾ। ਮਤਲਬ ਯਾਦ ਹੀ ਨਾ ਆਉਣਾ, ਖਿਆਲ ਵਿੱਚ ਹੀ ਨਾ ਕੋਈ ਚੀਜ਼ ਆਉਣੀ, ਫੁਰਨੇ ਵਿੱਚ ਹੀ ਕੋਈ ਚੀਜ਼ ਨਾ ਆਉਣੀ। ਦਾਤਾ ਤੇਰੇ ਦਰ ਨੂੰ ਛੱਡ ਕੇ ਦੂਜੇ ਦੇ ਦਰ 'ਤੇ ਜਾਣਾ ਤੇ ਬਹੁਤ ਦੂਰ ਦੀ ਗੱਲ ਹੈ। ਸਾਹਿਬ ਜੀ ਸਾਡੇ ਇਸ ਮਨ ਦੇ ਵਿੱਚ ਕੋਈ ਸੁੱਝਦਾ ਹੀ ਨਹੀਂ ਕਿ ਕੋਈ ਦੂਜੀ ਥਾਂ ਵੀ ਹੋਏਗੀ ਤੇਰੇ ਤੋਂ ਬਿਨਾਂ। ਤੇਰੇ ਤੋਂ ਬਿਨਾਂ ਸਾਡਾ ਕੋਈ ਖਸਮ ਮਾਲਕ ਹੈ ਹੀ ਨਹੀਂ। ਅਵਰ ਨਾ ਸੂਝੈ ਦੂਜੀ ਠਾਹਰ। ਇਸ ਕਰਕੇ ਹਾਰ ਪਰਿਓ ਤੋ ਦੁਆਰੀ, ਅਸੀਂ ਹਾਰ ਕੇ ਤੇਰੀ ਸ਼ਰਨ ਵਿੱਚ ਆ ਗਏ। ਠੀਕ ਹੈ, ਤੇਰੀ ਸ਼ਰਨ ਆਉਣ ਤੋਂ ਪਹਿਲਾਂ ਅਸੀਂ ਬੜੇ ਦਰਵਾਜ਼ੇ ਖੜਕਾਲੇ ਹੋਣਗੇ, ਇਹ ਸੱਚ ਹੈ, ਪਰ ਦਾਤਾ ਹੁਣ ਅਸੀਂ ਤੇਰੇ ਦੁਆਰੇ 'ਤੇ ਆ ਗਏ ਹਾਂ ਅਤੇ ਹੁਣ ਤੂੰ ਕਿਰਪਾ ਕਰ। ਜਿਵੇਂ ਅਸੀਂ 12 ਮਾਹ ਦੀ ਪ੍ਰਾਰੰਭਤਾ 'ਤੇ ਸ਼ਬਦ ਪੜ੍ਹਦੇ ਹਾਂ ਕਿ ਇਹ ਸਤਿਗੁਰੂ ਪਾਤਸ਼ਾਹ ਜੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੁ ਰਾਮ ਚਾਰ ਕੁੰਟ ਦਹਿ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ। ਹਾਰ ਪਰਿਓ ਤੋ ਦੁਆਰੀ, ਅਸੀਂ ਸਾਰੇ ਪਾਸਿਆਂ ਤੋਂ ਥੱਕ ਹਾਰ ਟੁੱਟ ਕੇ ਤੇਰੇ ਦੁਆਰੇ 'ਤੇ ਆ ਗਏ ਹਾਂ। ਤੇਰੀ ਦਹਲੀਜ਼ ਜਿਹੜੀ ਪਕੜ ਲਈ, ਤੇਰਾ ਆਸਰਾ ਜਿਹੜਾ ਪਕੜ ਲਿਆ, ਹੁਣ ਤੂੰ ਸਾਡੇ 'ਤੇ ਕਿਰਪਾ ਕਰ। ਲੇਖਾ ਛੋੜ ਅਲੇਖੈ ਛੂਟਹ ਹਮ ਨਿਰਗੁਣ ਲੇਹੁ ਉਬਾਰੀ। ਦਾਤਾ ਤੂੰ ਸਾਡੇ ਲੇਖੇ ਨਾ ਵੇਖੀ। ਅਸੀਂ ਬੇਸ਼ੱਕ ਕਈ ਵਾਰ ਦਾਵਾ ਕਰ ਦਿੰਦੇ ਮੈਂ ਇੰਨੀ ਬੰਦਗੀ ਕੀਤੀ, ਮੈਂ ਇੰਨਾ ਸਿਮਰਨ ਕੀਤਾ,
ਤੇ ਰੱਬ ਜੇ ਕਿਤੇ ਲੇਖਾ ਕਰਨ ਤੇ ਵੀ ਆ ਜਾਏਗਾ ਤੇ ਮੈਂ ਛੁੱਟ ਜਾਣਾ। ਨਹੀਂ, ਕੁਝ ਕਰਮ ਹੁੰਦੇ ਨੇ ਸਾਡੇ ਬਾਹਰੀ, ਜਿਹੜੇ ਦੁਨੀਆ ਨੂੰ ਦਿਸਦੇ ਨੇ, ਸਾਨੂੰ ਦਿਸਦੇ ਨੇ, ਲੋਕ ਵੇਂਦੇ ਨੇ, ਪਰ ਕੁਝ ਕਰਮ ਸਾਡੇ ਅੰਦਰ ਦੇ ਹੁੰਦੇ ਫੁਰਨਿਆਂ ਵਾਲੇ, ਜਿਨ੍ਹਾਂ ਨੂੰ ਜਾਂ ਅਸੀਂ ਜਾਣਦੇ ਹਾਂ ਜਾਂ ਗੁਰੂ ਜਾਣਦਾ ਹੈ। ਇਸ ਕਰਕੇ ਕਦੀ ਵੀ ਜ਼ਿੰਦਗੀ 'ਚ ਇਹ ਅਰਦਾਸ ਨਾ ਕਰੀਏ ਕਿ ਰੱਬਾ ਮੇਰਾ ਨਿਆਂ ਕਰੀ। ਯਾਦ ਰੱਖੀਏ, ਜਦੋਂ ਨਿਆਂ ਕਰਨ ਤੇ ਗੁਰੂ ਆ ਗਿਆ ਨਾ, ਸਾਡੇ ਫੁਰਨਿਆਂ ਦੇ ਵਿੱਚੋਂ ਜੇ ਇੱਕ ਵੀ ਜ਼ਿੰਦਗੀ 'ਚ ਫੁਰਨਾ ਗਲਤ ਹੈ, ਉਹਨੇ ਹੀ ਸਾਨੂੰ ਲੈ ਡੁੱਬਣਾ। ਕਿਉਂਕਿ ਕਈ ਵਾਰ ਬੇੜੀ ਜਿਹੜੀ ਹੈ ਉਹ ਭਾਵੇਂ ਕਿੰਨੀ ਵੀ ਮਜ਼ਬੂਤ ਬਣੀ ਹੋਵੇ, ਕਿੰਨੀ ਚੰਗੀ ਲੱਕੜ ਦੀ ਬਣੀ ਹੋਵੇ, ਬੇੜੀ ਨੂੰ ਡੋਬਣ ਵਾਸਤੇ ਜਿੱਡੀ ਵੱਡੀ ਬੇੜੀ ਹੈ ਓਡਾ ਵੱਡਾ ਉਹਦੇ 'ਚ ਮੋਰਾ ਸੁਰਾਖ ਕਰਨ ਦੀ ਲੋੜ ਨਹੀਂ ਪੈਂਦੀ। ਬੇੜੀ ਦੇ ਵਿੱਚ ਛੋਟਾ ਜਿਹਾ ਸੁਰਾਖ ਹੋ ਜਾਏ, ਸਾਰੀ ਦੀ ਸਾਰੀ ਬੇੜੀ ਡੋਬ ਕੇ ਰੱਖ ਦਿੰਦਾ ਹੈ। ਇਹੀ ਜ਼ਿੰਦਗੀ ਹੈ। ਜੇ ਛੋਟਾ ਜਿਹਾ ਕਿਤੇ ਗਲਤ ਫੁਰਨਾ ਵੀ ਹੋਇਆ, ਸਾਰੀ ਜ਼ਿੰਦਗੀ ਕੀਤੀ ਇਬਾਦਤ, ਸਾਰੀ ਜ਼ਿੰਦਗੀ ਦਾ ਕੀਤਾ ਸਿਮਰਨ ਵੀ ਮਨੁੱਖ ਨੂੰ ਕਈ ਦਫਾ ਉਹ ਛੋਟਾ ਜਿਹਾ ਗਲਤ ਫੁਰਨਾ ਜਿਹੜਾ ਉਹ ਡੋਬ ਕੇ ਰੱਖ ਦਿੰਦਾ ਹੈ। ਇਸ ਲਈ ਕਦੀ ਇਹ ਨਾ ਕਿਹਾ ਜਾਵੇ ਕਿ ਦਾਤਾ ਸਾਡਾ ਨਿਆਂ ਕਰੀ, ਜਦੋਂ ਨਿਆਂ ਕਰਨ ਤੇ ਆ ਗਿਆ ਅਸੀਂ ਕਦੀ ਛੁੱਟਾਂਗੇ ਨਹੀਂ। ਇਸ ਕਰਕੇ ਲੇਖਾ ਛੋੜ, ਸਾਡੇ ਲੇਖੇ ਜੋਖੇ ਛੱਡ ਦੇ, ਤੇ ਅਲੇਖਾ ਛੁੱਟਾ ਹੈ, ਸਾਨੂੰ ਅਲੇਖਿਆਂ ਵਿੱਚ ਪਾਈ, ਲੇਖੇ ਨਾ ਕਰੀ, ਫਿਰ ਹੋ ਸਕਦਾ ਅਸੀਂ ਛੁੱਟ ਜਾਈਏ। ਕਾਰਨ ਕੀ ਕਿ ਦਾਤਾ ਜੀ ਸਾਡਾ ਜੀਵਨ ਇਸ ਤਰ੍ਹਾਂ ਦਾ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਅਵਗੁਣ ਹਮਾਰੇ। ਜਿਵੇਂ ਸਮੁੰਦਰ ਪਾਣੀ ਨਾਲ ਭਰਿਆ, ਕੋਈ ਉਹਦਾ ਥਾਂ ਅੰਤ ਨਹੀਂ ਮਿਲਦਾ, ਤੇ ਅਵਗੁਣ ਹਮਾਰੇ, ਸਾਡੇ ਵੀ ਅਵਗੁਣ ਇਸੇ ਤਰ੍ਹਾਂ ਭਰੇ ਪਏ ਹਾਂ ਅਸੀਂ। ਪਰ ਤੂੰ ਦਇਆ ਕਰੋ ਕਛ ਮਿਹਰੇ ਉਪਾਵੋ, ਡੁੱਬਦੇ ਪੱਥਰ ਤਾਰੇ। ਤੂੰ ਡੁੱਬਦੇ ਹੋਏ ਪੱਥਰਾਂ ਨੂੰ ਤਾਰ ਸਕਦਾ। ਦਇਆ ਦੇ ਘਰ ਵਿੱਚ ਆ ਕੇ ਕੁਝ ਮਿਹਰ ਕਰ ਸਾਡੇ ਤੇ ਸਾਨੂੰ ਵੀ ਕਲਯੁਗੀ ਜੀਵਾਂ ਨੂੰ ਜਿਹੜਾ ਉਹ ਤਾਰ ਦੇਣਾ ਕਰ। ਹਮ ਨਿਰਗੁਣ, ਸਾਡੇ 'ਚ ਕੋਈ ਗੁਣ ਨਹੀਂ ਜਿਸ ਗੁਣ ਤੇ ਅਸੀਂ ਕਹਿ ਸਕੀਏ ਵੀ ਸਾਡਾ ਉਧਾਰ ਕਰ ਦੇਈਂ, ਇਸ ਗੁਣ ਦੇ ਆਸਰੇ ਤੇ ਸਾਨੂੰ ਪਾਰ ਕਰ ਦੇਈਂ। ਸਾਡੇ 'ਚ ਕੋਈ ਗੁਣ ਨਹੀਂ, ਤੇ ਲੇਹੋ ਉਬਾਰੀ, ਤੂੰ ਆਪਣੇ ਸੁਭਾਅ ਦੀ ਪ੍ਰਤਪਾਲਨਾ ਕਰਕੇ ਸਾਨੂੰ ਸੰਸਾਰ ਸਾਗਰ ਦੇ ਵਿੱਚੋਂ ਕੱਢ ਲੈਣਾ ਕਰ। ਸਦ ਬਖਸ਼ਿੰਦ ਸਦਾ ਮਿਹਰਵਾਨਾ, ਸਭਨਾ ਦੇ ਆਧਾਰੀ। ਸਭ ਕਹਿੰਦੇ ਦਾਤਾ ਤੂੰ ਸਦਾ ਬਖਸ਼ੰਦ ਹੈ, ਤੇ ਸਦਾ ਤੂੰ ਮਿਹਰਵਾਨ ਹੈ, ਤੇ ਸਭਨਾ ਦੇ ਆਧਾਰੀ, ਤੂੰ ਸਾਰਿਆਂ ਨੂੰ ਆਸਰਾ ਦੇਣਾ। ਦੇਖੋ, ਤਿੰਨ ਗੱਲਾਂ ਕਹੀਆਂ ਇਸ ਪੰਕਤੀ 'ਚ ਮਹਾਰਾਜ ਨੇ। ਇੱਕ ਤਾਂ ਤੂੰ ਸਦਾ ਹੀ ਬਖਸ਼ੰਦ ਹੈ, ਤੇ ਦੂਜਾ ਤੂੰ ਸਦਾ ਮਿਹਰਵਾਨ ਹੈ। ਮਿਹਰਵਾਨ ਸਾਹਿਬ ਮੇਰਾ ਮਿਹਰਵਾਨ, ਜੀ ਸਗਲ ਕਉ ਦੇ ਦਾਨ। ਜਿੱਥੇ ਵੀ ਬਾਣੀ 'ਚ ਸ਼ਬਦ ਆਏਗਾ ਉਹਨੂੰ ਮਿਹਰਵਾਨ ਹੀ ਕਿਹਾ ਮਹਾਰਾਜ ਨੇ। ਇਸ ਲਈ ਸਭ ਕਹਿੰਦੇ ਸਭਨਾ ਦੇ ਆਧਾਰੀ, ਤੂੰ ਸਾਰਿਆਂ ਨੂੰ ਹੀ ਆਸਰਾ ਦੇਣਾ। ਜੋ ਤੁਸੀਂ ਅੱਜ ਦੇ ਇਸ ਪਾਵਨ ਇਤਿਹਾਸ ਬੰਦੀ ਛੋੜ ਦਿਵਸ ਦੇ ਨਾਲ ਦੇਖਦੇ ਹਾਂ ਇਸ ਪੰਕਤੀ ਨੂੰ, ਦੇਖੋ ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਦੋਂ ਸੰਸਾਰ ਦੇ ਉਧਾਰ ਹਿੱਤ ਮਹਾਰਾਜ ਸਾਹਿਬ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਹਜੂਰ ਨੇ ਇਹ ਸਿੱਖ ਪੰਥ ਜਿਹੜਾ ਸੀ, ਮਹਾਰਾਜ ਪਾਤਸ਼ਾਹ ਜੀ ਨੇ ਅਕਾਲ ਪੁਰਖ ਦੇ ਘਰ ਦਰ ਤੋਂ ਸਿੱਖੀ ਦੀ ਦਾਤ ਜਿਹੜੀ ਸੀ ਦੁਨੀਆ ਦੀ ਝੋਲੀ ਵਿੱਚ ਪਾਈ। ਜਦੋਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਜਦੋਂ ਸਾਰੇ ਜਗਤ ਨੂੰ ਤੜਫਦੇ ਹੋਏ ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ, ਤੇ ਆਖਰ ਕੀ ਹੋਇਆ ਕਿ ਚੜ੍ਹਿਆ ਸੋਧਣ ਧਰਤ ਲੋਕਾਈ। ਗੁਰੂ ਨਾਨਕ ਸਾਹਿਬ ਜੀ ਇਸ ਲੋਕਾਈ, ਇਸ ਧਰਤੀ ਦਾ ਉਧਾਰ ਕਰਨ ਵਾਸਤੇ, ਇਹਨਾਂ ਜੀਵਾਂ ਨੂੰ ਸੋਧਣ ਦੇ ਵਾਸਤੇ, ਵਾਸ਼ਨਾਵਾਂ ਵਕਾਰਾਂ ਨੂੰ ਇਹਨਾਂ ਦੇ ਜੀਵਨ ਵਿੱਚੋਂ ਕੱਢਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਸੁਲਤਾਨਪੁਰ ਦੀ ਧਰਤੀ ਤੋਂ ਚੱਲ ਪਏ। ਗੁਰੂ ਨਾਨਕ ਦੇਵ ਮਹਾਰਾਜ ਨੇ 4 ਉਦਾਸੀਆਂ ਦੇ ਦਰਮਿਆਨ ਸਿੱਖੀ ਦਾ ਉਹ ਪਸਾਰਾ ਕੀਤਾ ਕਿ ਸਮੇਰੂ ਪਰਬਤ 'ਤੇ ਬੈਠੇ ਹੋਏ ਸਿੱਧਾਂ ਤੱਕ ਵੀ ਸਿੱਖੀ ਜਿਹੜੀ ਫੈਲ ਚੁੱਕੀ ਸੀ। 4 ਚੱਕਾਂ ਦੇ ਵਿੱਚ ਗੁਰੂ ਨਾਨਕ ਦੀ ਸਿੱਖੀ ਦਾ ਬੋਲਬਾਲਾ ਸੀ। ਜੇ ਅਸੀਂ ਅੱਜ ਕਹਿੰਦੇ ਸਾਡੀ 2 ਕਰੋੜ ਆਬਾਦੀ, ਪਰ ਸਾਡਾ ਇਤਿਹਾਸ ਕਹਿੰਦਾ ਗੁਰੂ ਨਾਨਕ ਦੇਵ ਮਹਾਰਾਜ ਦੇ ਸਮੇਂ ਸਾਡੀ ਕਈ 100 ਕਰੋੜ ਆਬਾਦੀ ਹੋ ਗਈ ਸੀਗੀ। ਸੋ ਖੈਰ, ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖੀ ਦਾ ਇੰਨਾ ਵਿਸਥਾਰ ਕੀਤਾ, ਜਿੱਥੇ ਵੀ ਮਹਾਰਾਜ ਨੇ ਜਾ ਕੇ ਸਿੱਖੀ ਬਖਸ਼ੀ, ਨਾ ਮਹਾਰਾਜ ਨੇ ਉਹਨੂੰ ਇਹ ਪੁੱਛਿਆ ਜਿਹਦਾ ਵੀ ਉਧਾਰ ਕੀਤਾ ਵੀ ਭਾਈ ਤੇਰੀ ਜਾਤ ਕੀ ਹੈ, ਤੇਰਾ ਮਜ਼ਹਬ ਕੀ ਹੈ, ਤੇਰਾ ਧਰਮ ਕੀ ਹੈ। ਨਹੀਂ, ਕਿਸੇ ਨੂੰ ਨਹੀਂ ਪੁੱਛਿਆ ਤੂੰ ਕੰਮ ਕੀ ਕਰਦਾ ਹੈ, ਤੂੰ ਮੇਰੇ ਅਨੁਕੂਲ ਹੈਗਾ ਜਾਂ ਨਹੀਂ ਹੈਗਾ। ਬਸ ਜੋ ਮਹਾਰਾਜ ਦੀ ਸ਼ਰਨ ਵਿੱਚ ਆ ਗਿਆ, ਗੁਰੂ ਨਾਨਕ ਬਾਬੇ ਨੇ ਉਹਦਾ ਉਧਾਰ ਕੀਤਾ। ਇਸ ਲਈ ਉਹ ਸਦ ਬਖਸ਼ਿੰਦ, ਉਹ ਸਦਾ ਬਖਸ਼ਿੰਦ ਹੈ। ਗੁਰੂ ਨਾਨਕ ਦੀ ਇਹ ਜੋਤ ਦੂਸਰੇ ਪਾਤਸ਼ਾਹ, ਫਿਰ ਤੀਸਰੇ ਪਾਤਸ਼ਾਹ, ਫਿਰ ਚੌਥੇ ਸਤਿਗੁਰੂ, ਫਿਰ ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਦੇ ਅੰਦਰ ਵਰਤਦੀ। ਉਦੋਂ ਤੱਕ ਅਸੀਂ ਜਦੋਂ ਇਤਿਹਾਸ ਨੂੰ ਦੇਖਦੇ ਹਾਂ ਕਿ ਵੱਖ-ਵੱਖ ਥਾਵਾਂ ਦੇ ਉੱਤੇ ਗੁਰੂ ਘਰ, ਕਦੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ ਦੀ ਗੱਲ ਚੱਲਦੀ ਸੀ। ਪਰ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਤੱਕ ਕਿਤੇ ਤਰਨ ਤਾਰਨ ਸਾਹਿਬ ਜੀ ਦਾ ਨਿਰਮਾਣ ਹੈ, ਉਹ ਪਾਵਨ ਨਗਰ ਵਸਦਾ ਹੈ।
ਕਿਤੇ ਗੋਇੰਦਵਾਲ ਸਾਹਿਬ ਦਾ ਪਾਵਨ ਅਸਥਾਨ ਜਿਹੜਾ ਉਹ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੇ ਪ੍ਰਗਟ ਕੀਤਾ ਹੈ। ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋ ਹੈ, ਉਹ ਅੰਮ੍ਰਿਤਸਰ ਸਾਹਿਬ ਵਸ ਗਿਆ ਹੈ, ਜਿਸ ਦੀ ਸ਼ੋਭਾ ਜਿਹੜੀ ਅਪਰਮ ਅਪਾਰ ਹੈ। ਉਹ ਪਾਵਨ ਸਰੋਵਰ ਜਿਹੜਾ ਉਹ ਹੋਂਦ ਵਿੱਚ ਹੈ। ਉਹ ਗੁਰੂ ਰਾਮਦਾਸ ਮਹਾਰਾਜ ਦਾ ਘਰ ਸ੍ਰੀ ਹਰਿਮੰਦਰ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਪ੍ਰਗਟ ਕੀਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋ ਚੁੱਕਾ ਹੈ। ਹਰ ਇੱਕ ਥਾਂ ਅਸੀਂ ਕਹਿ ਸਕਦੇ ਹਾਂ ਕਿ ਜੋ ਵੀ ਸਿੱਖ ਪੰਥ ਦੇ ਵਾਸਤੇ ਮੁੱਢਲੀਆਂ ਅਕਾਲ ਪੁਰਖ ਪਰਮੇਸ਼ਰ ਦੇ ਘਰ ਦੀਆਂ ਦਾਤਾਂ ਸੀ ਉਹ ਸਾਨੂੰ ਪ੍ਰਾਪਤ ਹੋ ਚੁੱਕੀਆਂ। ਕਾਰਨ ਕੀ ਬਣਿਆ ਕਿ ਸਮੇਂ ਦੀ ਹਕੂਮਤ ਨੂੰ ਇਹ ਗੱਲ ਪ੍ਰਵਾਨ ਨਾ ਹੋਈ। ਆਪਾਂ ਜਾਣਦੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਲਾਹੌਰ ਬੁਲਾਇਆ ਗਿਆ ਅਤੇ ਸਾਰੀਆਂ ਗੱਲਾਂ ਦੇ ਉੱਤੇ ਮਹਾਰਾਜ ਦੇ ਨਾਲ ਵਿਚਾਰ ਵਿਮਰਸ਼ ਹੋਇਆ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਜੋ ਹੋਇਆ ਅਕਾਲ ਪੁਰਖ ਦੇ ਹੁਕਮ 'ਚ ਹੋਇਆ। ਜੇ ਤੁਸੀਂ ਕੱਲ੍ਹ ਨੂੰ ਕਹੋ ਵੀ ਇਸ ਬਾਣੀ ਦੇ ਅੰਦਰ ਤੁਸੀਂ ਮੁਹੰਮਦ ਸਾਹਿਬ ਦੀ ਸਿਫਤ ਪਾ ਦਿਓ, ਇਹ ਨਹੀਂ ਹੋ ਸਕਦਾ। ਸਾਰੀ ਘਟਨਾ ਅਸੀਂ ਜਦੋਂ ਦੇਖਦੇ ਹਾਂ, ਆਖਰ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਸੀਸ ਵਿੱਚ ਤੱਤਾ ਰੇਤ ਪਾ ਕੇ ਤੱਤੀ ਤਵੀ 'ਤੇ ਬਿਠਾ ਕੇ ਕਦੇ ਉਬਲਦੇ ਦੇਗਾਂ ਵਿੱਚ ਉਬਾਲ ਕੇ ਅੱਤ ਦੇ ਤਸੀਹੇ ਜਿਹੜੇ ਸੀ ਜਿੱਥੇ ਜ਼ੁਲਮ ਦੀ ਇੰਤਹਾ ਹੋ ਗਈ, ਉਹ ਤਸੀਹੇ ਦੇ ਕੇ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ। ਹੁਣ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਗੁਰਤਾ ਗੱਦੀ ਤੇ ਸੁਭਾਏਮਨ ਹੋਏ। ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ। ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਗੁਰਤਾ ਗੱਦੀ ਤੇ ਸੁਭਾਏਮਨ ਹੋਏ। ਮਹਾਰਾਜ ਸਾਹਿਬ ਜੀ ਨੇ ਸੋਹਣਾ ਅਕਾਲ ਤਖਤ ਜਿਹੜਾ ਉਹ ਰਚਿਆ। ਦੁਨੀਆ ਦੇ ਕੋਲ ਕੇਵਲ ਤਖਤ ਸੀ, ਕਿਤੇ ਦਿੱਲੀ ਦਾ ਤਖਤ, ਕਿਤੇ ਲਾਹੌਰ ਦਾ ਤਖਤ। ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਨੇ ਅਕਾਲ ਦਾ ਤਖਤ ਬਣਾਇਆ। ਫਿਰ ਦੁਨੀਆ ਸ਼ਸਤਰ ਪਹਿਨਦੀ ਸੀ ਇੱਕ, ਗੁਰੂ ਹਰਗੋਬਿੰਦ ਮਹਾਰਾਜ ਨੇ 2 ਤਲਵਾਰਾਂ ਪਹਿਨ ਲਈਆਂ। ਫਿਰ ਦੁਨੀਆ ਦੇ ਫੈਸਲੇ ਜਿਹੜੇ ਸੀ ਉਹ ਸਰਕਾਰੀ ਅਦਾਲਤਾਂ ਦੇ ਵਿੱਚ ਹੁੰਦੇ ਸੀ ਅਤੇ ਸਿੱਖਾਂ ਦੇ ਫੈਸਲੇ ਜਿਹੜੇ ਸੀ ਗੁਰੂ ਹਰਗੋਬਿੰਦ ਮਹਾਰਾਜ ਦੇ ਕੋਲ ਅਕਾਲ ਤਖਤ ਸਾਹਿਬ 'ਤੇ ਹੋਣ ਲੱਗ ਪਏ। ਇੱਥੋਂ ਤੱਕ ਅਸੀਂ ਜਦੋਂ ਇਤਿਹਾਸ ਦੇ ਅੰਦਰ ਦੇਖਦੇ ਹਾਂ, ਸਾਡਾ ਸੰਵਿਧਾਨ ਜਿਹੜਾ ਸੀ, ਅਸੀਂ ਸੁਤੰਤਰ ਸੀ। ਸਾਡੇ ਸੰਵਿਧਾਨ ਜਿਹੜੇ ਸੀ ਅਕਾਲ ਤਖਤ ਸਾਹਿਬ ਤੋਂ ਰਚੇ ਜਾਣ ਲੱਗੇ। ਸਾਡਾ ਹਰ ਇੱਕ ਫੈਸਲਾ ਜਿਹੜਾ ਸੀ ਅਕਾਲ ਤਖਤ 'ਤੇ ਹੋਇਆ। ਸਮੇਂ ਦੀ ਹਕੂਮਤ ਕਹਿੰਦੀ ਸੀ ਘੋੜਿਆਂ ਦੇ ਉੱਤੇ ਚੜ੍ਹਨਾ ਉਹ ਕੇਵਲ ਸਾਡੇ ਲੋਕਾਂ ਨੂੰ ਹੱਕ ਹੈ, ਸਾਡੇ ਫੌਜੀਆਂ ਸਿਪਾਹੀਆਂ ਨੂੰ ਹੱਕ ਹੈ। ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਮੇਰੇ ਸਿੱਖ ਵੀ ਘੋੜਿਆਂ ਦੀ ਸਵਾਰੀ ਕਰਨਗੇ। ਹੁਕਮ ਕਰ ਦਿੱਤਾ ਕਿ ਜਵਾਨੀਆਂ ਭੇਟ ਕਰੋ, ਹੁਕਮ ਕਰ ਦਿੱਤਾ ਸ਼ਸਤਰ ਭੇਟ ਕਰੋ, ਸੰਗਤ ਜੀ ਸੋਹਣੇ ਘੋੜੇ ਲਿਆ ਕੇ ਭੇਟ ਕਰੋ। ਇਹੀ ਕਾਰਨ ਹਕੂਮਤ ਦੇ ਕੋਲ ਰਹਿਣ ਵਾਲੇ ਸਿਪਾਹੀ ਤਨਖਾਹਾਂ 'ਤੇ ਰਹਿੰਦੇ ਨੇ। ਪਰ ਜਦੋਂ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਮਹਾਰਾਜ ਦੇ ਕੋਲ ਜਿਹੜੇ ਸਿੱਖ ਆਉਂਦੇ, ਉਹ ਕਹਿੰਦੇ ਬਾਬਾ ਸਤਿਗੁਰੂ ਪਾਤਸ਼ਾਹ ਅਸੀਂ ਤੇਰੀ ਫੌਜ ਵਿੱਚ ਸ਼ਾਮਲ ਹੋਣਾ, ਪਰ ਸਾਨੂੰ ਤਨਖਾਹ ਕੋਈ ਨਹੀਂ ਚਾਹੀਦੀ। ਬਸ 2 ਚੀਜ਼ਾਂ ਦੀ ਸਾਡੀ ਲੋੜ ਹੈ। ਇੱਕ ਤੇ 6 ਮਹੀਨਿਆਂ ਬਾਅਦ ਸਾਨੂੰ ਇੱਕ ਕੱਪੜਾ, ਇੱਕ ਜੋੜੀ ਜਿਹੜੀ ਹੈ ਉਹ ਸੂਟਾਂ ਦੀ ਮਿਲ ਜਾਣੀ ਚਾਹੀਦੀ, ਕਿਉਂਕਿ ਕਦੇ ਗਰਮੀ ਦਾ ਮੌਸਮ ਆਉਣਾ, ਫਿਰ ਸਰਦੀ ਦਾ ਮੌਸਮ ਆਉਣਾ। ਕਿਤੇ 1 ਕਿਤੇ 2 ਵੀ ਲਿਖਿਆ ਵੀ ਸਾਡੀ ਲੋੜ ਇਹ ਹੈ, ਇੱਕ ਤਾਂ ਸਾਨੂੰ ਪ੍ਰਸ਼ਾਦਾ ਦੇ ਦੀ, ਦੂਸਰਾ ਸਾਨੂੰ ਹਰ 6 ਮਹੀਨਿਆਂ ਦੇ ਬਾਅਦ 2 ਕੱਪੜੇ ਦੇ ਦਿਆ ਕਰੀ, ਅਸੀਂ ਸਾਰੀ ਜ਼ਿੰਦਗੀ ਤੇਰੇ ਤੋਂ ਨਿਸ਼ਾਵਰ ਕਰਨ ਲਈ ਤਿਆਰ ਆ। ਇੱਕ ਪਾਸੇ ਹਕੂਮਤ ਦੇ ਸਿਪਾਹੀ ਨੇ ਜਿਹੜੇ ਕਹਿੰਦੇ ਸਾਨੂੰ ਇੰਨੀਆਂ ਤਨਖਾਹਾਂ ਚਾਹੀਦੀਆਂ, ਅਸੀਂ ਤਾਂ ਲੜਾਂਗੇ। ਮੁੱਕਦੀ ਗੱਲ ਜਦੋਂ ਸਮੇਂ ਦੇ ਬਾਦਸ਼ਾਹ ਜਹਾਂਗੀਰ ਦੇ ਕੋਲੇ ਗੱਲ ਗਈ ਨਾ ਕਿ ਸਾਡੇ ਬਰਾਬਰ ਤਖਤ ਹੈ, ਤੇ ਕੱਲਾ ਸਾਡੇ ਬਰਾਬਰ ਦੀ ਗੱਲ ਨਹੀਂ, ਕਿਉਂਕਿ ਉਹਦਾ ਤਖਤ ਕੁਛ ਵੀ ਨਹੀਂ। ਭਾਵ ਇਹ ਹੈ ਕਿ ਜਿਹੜੇ ਫੈਸਲੇ ਅਸੀਂ ਕਰਦੇ ਹਾਂ ਉਸ ਤੋਂ ਵੀ ਅਗਾਂਹ ਦੀਆਂ ਗੱਲਾਂ ਨੇ, ਤੇ ਸਾਡੇ ਤਖਤ ਨੂੰ ਸਿੱਖ ਕਹਿੰਦੇ ਨੇ ਝੂਠਾ ਪਾਤਸ਼ਾਹ, ਤੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਕਹਿੰਦੇ ਨੇ ਸੱਚਾ ਪਾਤਸ਼ਾਹ। ਕਿਉਂਕਿ ਜਦੋਂ ਘਾਈ ਦੀ ਗੱਲ ਵੀ ਆਪਾਂ ਇਤਿਹਾਸ 'ਚ ਪੜ੍ਹਦੇ ਉਹ ਵੀ ਕਹਿੰਦਾ ਸੀ ਮੈਂ ਸੱਚੇ ਪਾਤਸ਼ਾਹ ਨੂੰ ਘਾਲ ਦੀ ਪੰਡ ਜਿਹੜੀ ਭੇਟ ਕਰਨੀ, 1 ਟਕਾ ਭੇਟ ਕਰਨਾ, ਤੂੰ ਤੇ ਝੂਠਾ ਪਾਤਸ਼ਾਹ ਹੈ, ਤੈਨੂੰ ਨਹੀਂ ਕੁਛ ਦੇਵਾਂਗਾ। ਹੁਣ ਸੱਚੇ ਪਾਤਸ਼ਾਹ ਦੀ ਗੱਲ ਆ ਗਈ, ਤਖਤਾਂ ਦੀ ਗੱਲ ਆ ਗਈ, ਸਿੱਖ ਘੋੜਿਆਂ 'ਤੇ ਅਸਵਾਰ ਹੋ ਗਏ ਨੇ, ਸਿੱਖਾਂ ਨੇ ਸ਼ਸਤਰ ਪਹਿਨ ਲਏ। ਇੱਥੋਂ ਤੱਕ ਗੁਰੂ ਹਰਗੋਬਿੰਦ ਮਹਾਰਾਜ ਨੇ ਫਿਰ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ। ਉੱਥੇ ਨੱਥਾ ਤੇ ਅਬਦੁੱਲਾ ਨੇ ਗੱਲ ਕੀਤੀ, ਕਹਿੰਦੇ ਗੁਰੂ ਹਰਗੋਬਿੰਦ ਮਹਾਰਾਜ ਤੁਹਾਡੀ ਵਡਿਆਈ ਕਰਦੇ ਆ। ਅੱਗੇ ਉਹਨਾਂ ਜਾ ਕੇ ਇੱਕ ਪੰਕਤੀ ਲਿਖੀ, ਪੱਗ ਤੇਰੀ ਕੇ ਜਹਾਂਗੀਰ ਦੀ, ਕਿ ਦਾਤਾ ਜਿਹੜੀ ਤੇਰੀ ਪੱਗ ਹੈ, ਜਿਹੜੀ ਤੇਰੀ ਦਸਤਾਰ ਹੈ, ਜਿਹੜੀ ਤੇਰੀ ਸ਼ੋਭਾ ਹੈ, ਇਹਦੇ ਸਾਹਮਣੇ ਜਹਾਂਗੀਰ ਦੀ ਸ਼ੋਭਾ ਜਿਹੜੀ ਕੁਛ ਵੀ ਨਹੀਂ ਹੈਗੀ। ਜਿਵੇਂ ਆਪਾਂ ਕਹਿੰਦੇ ਨਾ ਫਲਾਣੇ ਦੇ ਸਾਹਮਣੇ ਤੂੰ ਕੱਖ ਵੀ ਨਹੀਂ ਆ। ਉਹਨਾਂ ਨੇ ਆਪਣੀ ਵਾਰ ਵਿੱਚ ਲਿਖਿਆ, ਪੱਗ ਤੇਰੀ ਕੇ ਜਹਾਂਗੀਰ ਦੀ। ਗੁਰੂ ਹਰਗੋਬਿੰਦ ਮਹਾਰਾਜ ਤੁਹਾਡੀ ਇਸ ਸ਼ੋਭਾ ਦੇ ਸਾਹਮਣੇ ਉਹ ਦੁਨਿਆਵੀ ਤਖਤ 'ਤੇ ਬੈਠਾ ਬਾਦਸ਼ਾਹ ਜਹਾਂਗੀਰ ਉਹ ਕੋਈ ਵੀ ਹੈਸੀਅਤ ਨਹੀਂ ਰੱਖਦਾ, ਉਹਦੀ ਕੱਖ ਦੀ ਵੀ ਸ਼ੋਭਾ ਨਹੀਂ ਹੈ। ਆਖਰ ਸਾਰੀਆਂ ਖਬਰਾਂ ਜਿਹੜੀਆਂ ਸੀ ਬਾਦਸ਼ਾਹਾਂ ਕੋਲ ਗਈਆਂ। ਆਖਰ ਗੁਰੂ ਹਰਗੋਬਿੰਦ ਮਹਾਰਾਜ ਨੂੰ ਦਿੱਲੀ ਸੱਦਿਆ। ਉਹਦੇ ਮਗਰ ਬੜੇ ਬੜੇ ਕਾਰਨ ਜਿਹੜੇ ਸੀ ਉਹ ਬਣਾਏ ਗਏ। ਆਖਰ ਕਈ ਤਰ੍ਹਾਂ ਦਾ ਪ੍ਰਾਪੇਗੰਡਾ ਜਿਹੜਾ ਸੀ ਉਹ ਕਰਕੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਕੈਦ ਕੀਤਾ। ਭਾਵੇਂ ਸਾਡੇ ਸਰੋਤ ਜਿਹੜੇ ਨੇ ਇਹ ਵੀ ਕਹਿੰਦੇ ਨੇ ਕਿ ਬਾਦਸ਼ਾਹ ਨੂੰ
ਬ੍ਰਾਹਮਣਾਂ ਨੇ ਇਹ ਭੁਲੇਖਾ ਪਾ ਦਿੱਤਾ ਵੀ ਤੇਰੇ ਸਿਰ ਤੇ ਸਾੜ ਸਤੀ ਹੈ, ਤੇ ਇਹ ਸਾੜ ਸਤੀ ਨੂੰ ਟਾਲਣ ਵਾਸਤੇ ਜੇ ਕੋਈ ਕਮਾਈ ਵਾਲਾ ਫਲਾਣਾ ਫਲਾਣਾ ਉਹਦਾ ਨਾਮ ਹੋਵੇ, ਸਾਰੀਆਂ ਨਿਸ਼ਾਨੀਆਂ ਦੱਸ ਕੇ ਕਿਹਾ ਵੀ ਤੇਰੇ ਵਾਸਤੇ 40 ਦਿਨ ਕੋਈ ਉੱਥੇ ਬਹਿ ਕੇ ਬੰਦਗੀ ਕਰੇ ਤੇ ਤੇਰੀ ਸਾੜ ਸਤੀ ਟਲ ਸਕਦੀ ਹੈ। ਭਾਵੇਂ ਠੀਕ ਹੈ ਸਾਡੇ ਗ੍ਰੰਥਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ, ਪਰ ਅਸਲ ਕਾਰਨ ਜਿਹੜਾ ਉਹ ਹੋਰ ਸੀ। ਆਖਰ ਇਹਨੂੰ ਵੀ ਜਦੋਂ ਅਸੀਂ ਲੈ ਕੇ ਚੱਲਦੇ ਹਾਂ, ਜਦੋਂ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਕਿਹਾ ਸੀ ਨਾ, ਮਹਾਰਾਜ ਮੇਰੇ ਸਿਰ ਤੇ ਸਾੜ ਸਤੀ ਹੈ ਤੇ ਤੁਸੀਂ ਮੇਰੇ ਵਾਸਤੇ ਬੰਦਗੀ ਕਰੋ, ਤੇ ਇਹ ਸਾਰੀ ਜਿਹੜੀ ਵਿਉਂਤਬੰਦੀ ਤਿਆਰ ਹੋਈ ਸੀ, ਗੁਰੂ ਹਰਗੋਬਿੰਦ ਮਹਾਰਾਜ ਸ਼ਮਸ਼ੀਰ ਨੂੰ ਹੱਥ ਪਾ ਕੇ ਕਹਿੰਦੇ, ਉਹ ਭਲਿਆ ਤੇਰੇ ਸਿਰ ਤੇ ਸਾੜ ਸਤੀ ਨਹੀਂ ਆ, ਇਹ ਸਾੜ ਸਤੀ ਤਾਂ ਕਿਸੇ ਹੋਰ ਦੇ ਸਿਰ ਤੇ ਆਈ ਆ, ਪਰ ਸਮਾਂ ਆਏਗਾ ਪ੍ਰਗਟ ਹੋ ਜਾਵੇਗੀ। ਕਿਉਂਕਿ ਇਹ ਸਾਰੀ ਗੱਲ ਜਿਹੜੀ ਸੀ ਇਹ ਕੋਈ ਸਾੜ ਸਤੀ ਨਹੀਂ ਸੀ, ਅਸਲ ਵਿੱਚ ਇਹ ਚੰਦੂ ਦੀ ਬਣਾਈ ਹੋਈ ਇੱਕ ਵਿਉਂਤ ਸੀ। ਬ੍ਰਾਹਮਣਾਂ ਨੂੰ ਪੈਸਾ ਦਿੱਤਾ ਸੀ, ਤੁਸੀਂ ਬਾਦਸ਼ਾਹ ਨੂੰ ਇੰਜ ਕਹਿ ਦਿਓ ਤੇ ਉਹ ਗੁਰੂ ਹਰਗੋਬਿੰਦ ਮਹਾਰਾਜ ਨੂੰ ਕੈਦ ਕਰ ਦੇਗਾ। ਪਰ ਇਹਦੇ ਮਗਰ ਮੁੱਖ ਮਨਸ਼ਾ ਕੀ ਸੀ ਕਿ ਗੁਰੂ ਹਰਗੋਬਿੰਦ ਮਹਾਰਾਜ ਨੂੰ ਕੈਦ ਕਰ ਲਵਾਂਗੇ ਤੇ ਸਿੱਖ ਜਿਹੜੇ ਨੇ ਗੁਰੂ ਤੋਂ ਬਿਨਾਂ ਦੌਰ ਭੌਰ ਹੋ ਜਾਣਗੇ, ਡਾਵਾਂਡੋਲ ਹੋ ਜਾਣਗੇ, ਡਗਮਗਾ ਜਾਣਗੇ। ਅਸੀਂ ਗੁਰੂ ਹਰਗੋਬਿੰਦ ਮਹਾਰਾਜ ਨੂੰ ਉਸ ਕਿਲੇ ਵਿੱਚੋਂ ਕਦੀ ਰਿਹਾ ਨਹੀਂ ਕਰਨਾ, ਸਿੱਖਾਂ ਦੀ ਕੋਈ ਅਗਵਾਈ ਕਰਨ ਵਾਲਾ ਨਹੀਂ ਰਹੇਗਾ, ਤੇ ਆਖਰ ਸਹਿਜੇ ਸਹਿਜੇ ਸਿੱਖ ਵੀ ਖਤਮ ਹੋ ਜਾਣਗੇ, ਫਿਰ ਗੁਰੂ ਹਰਗੋਬਿੰਦ ਮਹਾਰਾਜ ਨੂੰ ਵੀ ਅਸੀਂ ਖਤਮ ਕਰ ਦੇਵਾਂਗੇ। ਮਹਾਰਾਜ ਨੂੰ ਜਿਸ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਨਾ, ਉੱਥੇ ਜਦੋਂ ਅਸੀਂ ਇਹ ਵੇਣੇ ਆ 52 ਰਾਜੇ ਮਹਾਰਾਜ ਨੇ ਰਿਹਾ ਕਰਵਾਏ। ਜਦੋਂ ਇਸ ਘਟਨਾ ਨੂੰ ਥੋੜ੍ਹਾ ਜਿਹਾ ਪਿੱਛੇ ਜਾ ਕੇ ਵੇਖੀਏ ਨਾ, ਉੱਥੇ ਅੱਜ ਵੀ ਉਹ ਪਿੱਲਰ ਬਣੇ ਹੋਏ ਨੇ ਜਿਨ੍ਹਾਂ ਨਾਲ ਉਹਨਾਂ ਨੂੰ ਬੰਨ੍ਹਿਆ ਜਾਂਦਾ ਸੀ। ਇਤਿਹਾਸ ਦਾ ਪੱਖ ਹੈ, ਉੱਥੇ ਆਮ ਜਿਹੜੇ ਲੋਕ ਸੀ, ਜਿਵੇਂ ਕਿਸੇ ਨੇ ਕੋਈ ਕਤਲ ਕੀਤਾ ਹੋਵੇ, ਕਿਸੇ ਨੇ ਚੋਰੀ ਕੀਤੀ ਹੋਵੇ, ਕਿਸੇ ਨੇ ਕੋਈ ਡਕੈਤੀ ਕੀਤੀ ਹੋਵੇ, ਉਸ ਬੰਦੇ ਨੂੰ ਕਦੀ ਉਸ ਕਿਲੇ 'ਚ ਕੈਦ ਨਹੀਂ ਸੀ ਕੀਤਾ ਜਾਂਦਾ। ਇੱਕ ਉਹ ਜੇਲ੍ਹ ਸੀ ਬੜੀ ਵੱਡੀ, ਪਰ ਉੱਥੇ ਸਿਰਫ ਉਹਨਾਂ ਨੂੰ ਕੈਦ ਕੀਤਾ ਜਾਂਦਾ ਸੀ ਜਿਹੜੇ ਹਕੂਮਤ ਦੇ ਬਾਗੀ ਰਾਜੇ ਸੀਗੇ, ਜਿਹੜੇ ਕਹਿੰਦੇ ਸੀ ਅਸੀਂ ਆਪਣਾ ਰਾਜ ਜਿਹੜਾ ਹਕੂਮਤ ਨੂੰ ਨਹੀਂ ਦੇਣਾ, ਜਾਂ ਅਸੀਂ ਕੋਈ ਟੈਕਸ ਜਿਹੜਾ ਉਸ ਸਮੇਂ ਦੀ ਸਰਕਾਰ ਨੂੰ ਨਹੀਂ ਦੇਣਾ। ਸਿੱਧੇ ਸਿੱਧੇ ਸਰਕਾਰ ਨਾਲ ਜਿਹੜੇ ਆਡਾ ਲੈਂਦੇ ਸੀਗੇ, ਉਹਨਾਂ ਰਾਜਿਆਂ ਨੂੰ ਫੜ ਕੇ ਉੱਥੇ ਕੈਦ ਕੀਤਾ ਜਾਂਦਾ ਸੀ, ਜਿਨ੍ਹਾਂ ਦੀ ਗਿਣਤੀ ਤਕਰੀਬਨ 51 ਤੇ 52 ਦੇ ਦਰਮਿਆਨ ਵਿਦਵਾਨ ਲਿਖਦੇ ਨੇ। ਭਾਵ ਇਹ ਹੈ ਉਹਨਾਂ ਦੀ ਹਾਲਤ ਨੂੰ ਜਦੋਂ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਲਿਖਿਆ ਨਾ, ਜੇ ਕਦੀ ਤੁਹਾਡੇ ਕੋਲ ਸਮਾਂ ਲੱਗੇ ਤਾਂ ਉਸ ਪ੍ਰਸੰਗ ਨੂੰ ਜ਼ਰੂਰ ਕਦੀ ਪੜ੍ਹ ਕੇ ਵੇਖਿਓ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਉਹਨਾਂ ਨੇ ਲਿਖਿਆ ਵੀ ਰਾਜਿਆਂ ਦੀ ਹਾਲਤ ਪਤਾ ਕੀ ਸੀ। ਕਦੀ ਰਾਜੇ ਸੀ, ਅੱਜ ਉਹਨਾਂ ਦੇ ਤਨ ਦੇ ਉੱਤੇ ਜਿਹੜੇ ਕੱਪੜੇ ਪਾਏ ਨੇ, ਜਦੋਂ ਜੇਲ੍ਹ ਵਿੱਚ ਗਏ ਉਸ ਦਿਨ ਜਿਹੜੇ ਉਹਨਾਂ ਨੂੰ ਕੱਪੜੇ ਮਿਲ ਗਏ, ਉਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਕੱਪੜਾ ਨਹੀਂ ਮਿਲਿਆ। ਕੱਪੜੇ ਉਹਨਾਂ ਦੇ ਪਾਟੇ ਨੇ, ਪੈਰਾਂ ਦੀਆਂ ਅੱਡੀਆਂ ਜਿਹੜੀਆਂ ਨੇ ਉਹਨਾਂ ਦੀਆਂ ਐਨ ਜਿਵੇਂ ਆਪਾਂ ਅੱਡੀਆਂ ਪਾੜ ਜਾਂਦੀਆਂ ਨਾ ਸਿਆਲਾਂ 'ਚ, ਕੋਈ ਬਹੁਤ ਮਿੱਟੀ 'ਚ ਤੁਰਿਆ ਫਿਰਦਾ ਹੋਵੇ ਤੇ ਕਿੰਨੀਆਂ ਕਿੰਨੀਆਂ ਅੱਡੀਆਂ ਪਾਟੀਆਂ ਹੁੰਦੀਆਂ, ਇੰਜ ਉਹਨਾਂ ਦੇ ਪੈਰਾਂ ਦੀਆਂ ਅੱਡੀਆਂ ਪਾਟੀਆਂ। ਤੇ ਉਹਨਾਂ ਦੇ ਵਾਲ ਜਿਹੜੇ ਨੇ, ਨਹਾਉਣ ਲਈ ਕਦੀ ਉਹਨਾਂ ਨੂੰ ਪਾਣੀ ਨਹੀਂ ਮਿਲਿਆ, ਉਹਨਾਂ ਦੇ ਕੇਸ, ਉਹਨਾਂ ਦੇ ਵਾਲ ਜਿਹੜੇ ਨੇ ਜਟਾਵਾਂ ਵਰਗੇ ਬਣ ਚੁੱਕੇ ਨੇ, ਸਰੀਰ ਉੱਤੇ ਉਹਨਾਂ ਦੇ ਮੈਲ ਦੀਆਂ ਪਰਤਾਂ ਤੱਕ ਚੜੀਆਂ ਹੋਈਆਂ ਨੇ। ਇੱਥੋਂ ਤੱਕ ਲਿਖਿਆ ਵੀ ਉਹਨਾਂ ਦੇ ਕਿੱਡੇ ਕਿੱਡੇ ਵੱਡੇ ਹੱਥਾਂ ਤੇ ਪੈਰਾਂ ਦੇ ਨਹੁੰ ਹੋ ਚੁੱਕੇ ਨੇ। ਕਵੀ ਰਾਜ ਜੀ ਨੇ ਮੁੱਖ ਦੀ ਗੱਲ ਇਸ ਤਰ੍ਹਾਂ ਜ਼ਿਕਰ ਕੀਤਾ ਉਹਨਾਂ ਰਾਜਿਆਂ ਦੀ ਜ਼ਿੰਦਗੀ ਦਾ, ਕਹਿੰਦੇ ਉਹਨਾਂ ਨੂੰ ਵੇਖ ਕੇ ਆਮ ਮਨੁੱਖ ਨੂੰ ਡਰ ਲੱਗਦਾ ਸੀ ਵੀ ਇਹ ਬੰਦੇ ਨੇ ਜਾਂ ਕੋਈ ਭੂਤਾਂ ਤੁਰੀਆਂ ਫਿਰਦੀਆਂ ਨੇ। ਇਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਸੀਗੀ, ਬਹੁਤ ਜ਼ਿਆਦਾ ਮਾੜੀ ਉਹਨਾਂ ਦੀ ਦਸ਼ਾ। ਤੇ ਤਨ ਉਹਨਾਂ ਦੇ ਭੁੱਖ ਨਾਲ ਐ ਸੁੱਕੇ ਪਏ, ਕਿਉਂਕਿ ਉਹਨਾਂ ਨੂੰ ਬਹੁਤ ਘੱਟ ਪ੍ਰਸ਼ਾਦਾ ਮਿਲਦਾ ਸੀ, ਤੇ ਉਸ ਪ੍ਰਸ਼ਾਦੇ, ਉਸ ਰੋਟੀ ਦੇ ਵਿੱਚ ਵੀ ਉਹਨਾਂ ਨੂੰ ਜ਼ਹਿਰ ਜਿਹੜੀ ਸੀ ਮਿਲਾ ਕੇ ਦਿੱਤੀ ਜਾਂਦੀ ਸੀ। ਅੱਜ ਗੁਰੂ ਹਰਗੋਬਿੰਦ ਮਹਾਰਾਜ ਜਦੋਂ ਉੱਥੇ ਗਏ ਤੇ ਮਹਾਰਾਜ ਨੇ ਜਾਂਦੇ ਸਾਰ ਜਦੋਂ ਪਾਤਸ਼ਾਹ ਜੀ ਦੇ ਇਲਾਹੀ ਦਰਸ਼ਨ ਜਿਹੜੇ ਸੀ ਉਹਨਾਂ ਲੋਕਾਂ ਨੇ ਕੀਤੇ, ਜ਼ਿਲ੍ਹਰ ਹਰਦਾਸ ਨੇ ਕੀਤੇ, ਮਹਾਰਾਜ ਦੇ ਅੱਗੇ ਪ੍ਰਸ਼ਾਦਾ ਆਇਆ। ਸਤਿਗੁਰੂ ਪਾਤਸ਼ਾਹ ਨੇ ਕਿਹਾ ਨਹੀਂ, ਅਸੀਂ ਇਹ ਪ੍ਰਸ਼ਾਦਾ ਨਹੀਂ ਛਕਾਂਗੇ। ਇਹਦੇ ਦੋ ਕਾਰਨ, ਇੱਕ ਤਾਂ ਮਹਾਰਾਜ ਨੂੰ ਇਹ ਵੀ ਪਤਾ ਸੀ ਇਸ ਪ੍ਰਸ਼ਾਦੇ ਵਿੱਚ ਜ਼ਹਿਰ ਹੈ, ਦੂਜਾ ਕਾਰਨ ਇਹ ਸੀ ਕਿ ਮਹਾਰਾਜ ਕਹਿੰਦੇ ਅਸੀਂ ਹਕੂਮਤ ਦੇ ਪ੍ਰਸ਼ਾਦੇ ਨਹੀਂ ਛਕਾਂਗੇ, ਅਸੀਂ ਬਾਦਸ਼ਾਹਾਂ ਦੇ, ਇਹ ਲੋਕਾਂ ਦੇ, ਪਰਜਾ ਦੇ ਜਿਹੜੇ ਲਹੂ ਨਿਚੋੜ ਕੇ ਇਕੱਠਾ ਕੀਤਾ ਧਨ ਹੈ, ਇਸ ਧਨ ਦੇ ਨਾਲ ਤਿਆਰ ਕੀਤਾ ਪ੍ਰਸ਼ਾਦਾ ਅਸੀਂ ਨਹੀਂ ਛਕਾਂਗੇ। ਕਦੀ ਗੁਰੂ ਨਾਨਕ ਪਾਤਸ਼ਾਹ ਨੇ ਵੀ ਮਲਕ ਭਾਗੋ ਨੂੰ ਇਹੀ ਕਿਹਾ ਸੀ ਨਾ ਕਿ ਤੂੰ ਜਿਹੜੇ ਪੂੜੇ ਲੋਕਾਂ ਨੂੰ, ਪੰਡਤਾਂ ਨੂੰ ਖਵਾਉਂਦਾ ਹੈ, ਇਹ ਪੂੜੇ ਕਿਤੇ ਦੁੱਧ ਵਾਲੇ ਥੋੜੀ ਨੇ, ਇਹ ਤਾਂ ਗਰੀਬਾਂ ਦਾ ਖੂਨ ਨਿਚੋੜਿਆ ਪਿਆ ਇਹਨਾਂ ਦੇ ਵਿੱਚ। ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਨਹੀਂ, ਅਸੀਂ ਇਹ ਪ੍ਰਸ਼ਾਦਾ ਨਹੀਂ ਛਕਾਂਗੇ, ਸਾਡੇ ਸਿੱਖ ਜਾਣਗੇ, ਮਿਹਨਤ ਕਰਨਗੇ, ਉਸ ਮਿਹਨਤ ਦੇ ਪ੍ਰਸ਼ਾਦੇ ਨਾਲ ਪ੍ਰਸ਼ਾਦਾ ਤਿਆਰ ਹੋਏ ਕਰੇਗਾ, ਉਸ ਮਿਹਨਤ ਦੇ ਪੈਸੇ ਨਾਲ। ਇਤਿਹਾਸ ਲਿਖਦਾ ਮਹਾਰਾਜ ਦੇ ਨਾਲ ਜਿਹੜੇ ਸਿੱਖ ਗਏ ਸੀ ਨਾ, ਕਿਉਂਕਿ ਜੇਲ੍ਹ ਤੇ ਇਕੱਲੀ ਮਹਾਰਾਜ ਨੂੰ ਹੋਈ ਸੀਗੀ, ਉਹਨਾਂ ਨੇ ਫਿਰ ਸ਼ਹਿਰ ਵਿੱਚ ਜਾਣਾ, ਜਾ ਕੇ ਕਿਰਤ ਕਰਨੀ, ਜਿਹੜੇ ਪੈਸੇ ਮਿਲਣੇ ਉਹਦੇ ਨਾਲ ਰਾਸ਼ਨ ਖਰੀਦਣਾ, ਤੇ ਫਿਰ ਪ੍ਰਸ਼ਾਦਾ ਤਿਆਰ ਕਰਕੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਛਕਾਉਣਾ। ਮਹਾਰਾਜ ਦੇ ਇਲਾਹੀ ਨੂਰ ਨੂੰ, ਜਦੋਂ ਚਿਹਰੇ ਦੇ ਨੂਰ ਨੂੰ ਦੇਖਿਆ, ਅੰਮ੍ਰਿਤ ਵੇਲੇ ਮਹਾਰਾਜ ਨੇ ਚੌਂਕੜਾ ਮਾਰਨਾ, ਬੇਪਰਵਾਹੀ ਮਹਾਰਾਜ ਦੇ ਕੋਲ, ਕੋਈ ਡਰ ਨਹੀਂ, ਕੋਈ ਜੇਲ੍ਹ ਦਾ ਖੌਫ ਨਹੀਂ, ਭੈ ਨਹੀਂ। ਜ਼ਿਲ੍ਹਰ ਹਰਦਾਸ ਜਿਹੜਾ ਸੀ ਨਾ, ਉਹ ਮਹਾਰਾਜ ਦੇ ਚਰਨਾਂ ਤੋਂ ਨਿਸ਼ਾਵਰ ਹੋ ਗਿਆ।
ਭੌਰਾ ਹੋ ਗਿਆ, ਮਹਾਰਾਜ ਦਾ ਸਿੱਖ ਹੋ ਗਿਆ। ਇਧਰ ਜਿਹੜਾ ਚੰਦੂ ਸੀ ਨਾ, ਚੰਦੂ ਦਾ ਪੁੱਤਰ ਜਿਹੜਾ ਸੀ, ਉਹਨੇ ਇੱਕ ਵਿਉਂਤ ਦੇ ਤਹਿਤ ਇੱਕ ਚੋਲਾ ਜਿਹੜਾ ਸੀ, ਇੱਕ ਕੱਪੜਾ ਜਿਹੜਾ ਸੀ ਤਿਆਰ ਕਰਵਾਇਆ। ਉਹਦੇ ਧਾਗੇ ਦੇ ਵਿੱਚ ਜ਼ਹਿਰ ਭਰਿਆ ਹੋਇਆ ਸੀ, ਜਿਵੇਂ ਜ਼ਹਿਰ ਦੀ ਪਾਣ ਦੇ ਦਈਏ, ਜ਼ਹਿਰ ਦੀ ਪੁੱਠ ਚਾੜ ਦਈਏ। ਉਹਨੇ ਉਹ ਚੋਲਾ ਤਿਆਰ ਕਰਵਾ ਕੇ ਭੇਜਿਆ। ਤੇ ਜਿਹੜਾ ਜੇਲਰ ਹਰਦਾਸ ਸੀ ਨਾ, ਜਿਹਨੂੰ ਆਪਾਂ ਅੱਜ ਦੀ ਭਾਸ਼ਾ 'ਚ ਜੇਲ੍ਹ ਸੁਪਰੀਡੈਂਟ ਕਹਿ ਦਈਏ, ਉਹਦੇ ਤੱਕ ਜਦੋਂ ਇਹ ਚੋਲਾ ਜਿਹੜਾ ਪਹੁੰਚਦਾ ਹੈ ਤੇ ਉਹਨੂੰ ਕਿਹਾ ਜਾਂਦਾ ਵੀ ਆ ਇੰਨੀ ਮਾਇਆ ਲੈ ਤੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਇਹ ਚੋਲਾ ਪਹਿਨਾ ਦੇ। ਇਹਦਾ ਕਾਰਨ ਕਿ ਜਦੋਂ ਮਹਾਰਾਜ ਦੇ ਸਰੀਰ ਨੂੰ, ਬਾਡੀ ਨੂੰ ਪਸੀਨਾ ਆਏਗਾ, ਇਸ ਚੋਲੇ ਦੇ, ਇਸ ਕੱਪੜੇ ਦੇ ਧਾਗਿਆਂ ਵਿੱਚ ਜਿਹੜੀ ਜ਼ਹਿਰ ਦੀ ਪੁੱਠ ਦਿੱਤੀ ਹੈ, ਉਹ ਪਸੀਨੇ ਦੇ ਪਾਣੀ ਦੇ ਸੰਪਰਕ ਦੇ ਵਿੱਚ ਆਏਗੀ ਤੇ ਇਹ ਲਿਕੁਇਡ ਦਾ ਰੂਪ ਧਾਰਨ ਕਰ ਜਾਏਗੀ ਤੇ ਇਹ ਜ਼ਹਿਰ ਮਹਾਰਾਜ ਦੀ ਚਮੜੀ ਨੂੰ ਖਰਾਬ ਕਰ ਦੇਗੀ। ਸਹਿਜੇ ਸਹਿਜੇ ਮਹਾਰਾਜ ਦੇ ਸਰੀਰ ਨੂੰ ਅਸੀਂ ਖਤਮ ਕਰ ਦਾਂਗੇ। ਪਰ ਉਹ ਭਾਵਨਾ ਵਾਲਾ ਸੀ। ਉਹਨੇ ਕਿਹਾ ਨਹੀਂ, ਮੈਨੂੰ ਭਾਵੇਂ ਤੁਸੀਂ ਮਾਰ ਦਿਓ, ਭਾਵੇਂ ਮੇਰੀ ਡਿਊਟੀ ਤੋਂ ਲਾ ਦਿਓ, ਜੋ ਮਰਜ਼ੀ, ਪਰ ਮੈਂ ਗੁਰੂ ਦੇ ਨਾਲ ਧੋਖਾ ਨਹੀਂ ਕਰ ਸਕਦਾ। ਮੈਂ ਕਦੀ ਇਹ ਨਹੀਂ ਕਰ ਸਕਦਾ। ਮੇਰੀਆਂ ਪੀੜ੍ਹੀਆਂ ਜਿਹੜੀਆਂ, ਪੁਸ਼ਤਾਂ ਜਿਹੜੀਆਂ ਨੇ, ਉਹ ਵੀ ਕਲੰਕਿਤ ਹੋਣਗੀਆਂ ਤੇ ਮੈਨੂੰ ਗੁਰੂ ਨਾਨਕ ਦਾ ਘਰ ਕਦੀ ਮਾਫ ਨਹੀਂ ਕਰੇਗਾ। ਅਸਲ ਵਿੱਚ ਸਾਡੀ ਸੋਚ ਗੁਰੂ ਦੇ ਪ੍ਰਤੀ ਹਮੇਸ਼ਾ ਇਹ ਹੋਣੀ ਚਾਹੀਦੀ ਹੈ, ਆਪਣੇ ਸਵਾਰਥ ਵਾਸਤੇ ਨਹੀਂ। ਜੋ ਚਾਹਿਆ ਅਸੀਂ ਕਰ ਲਿਆ। ਸਾਨੂੰ ਪਤਾ ਹੋਣਾ ਚਾਹੀਦਾ ਅੱਜ ਜੋ ਅਸੀਂ ਕਰਾਂਗੇ, ਅੱਜ ਭਾਵੇਂ ਜ਼ਮਾਨੇ ਨੂੰ ਨਾ ਪਤਾ ਲੱਗੇ, ਪਰ ਜਿਹੜਾ ਕਲੰਕ ਅਸੀਂ ਖੱਟ ਜਾਣਾ, ਸਾਡੀਆਂ ਪੁਸ਼ਤਾਂ ਤੋਂ ਵੀ ਧੋਤਾ ਨਹੀਂ ਜਾਣਾਗਾ। ਉਹਨੇ ਸਾਫ਼ ਇਨਕਾਰ ਕੀਤਾ ਤੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਵੀ ਕਹਿ ਦਿੱਤਾ। ਉਹਨੇ ਚੋਲਾ ਲੈ ਕੇ ਰੱਖਿਆ, ਕਹਿੰਦਾ ਮਹਾਰਾਜ ਇਹਨੂੰ ਤੁਸੀਂ ਪਹਿਨਣਾ ਨਹੀਂ ਤੇ ਨਾ ਮਹਾਰਾਜ ਇਸ ਜੇਲ੍ਹ ਦਾ ਤੁਸੀਂ ਪ੍ਰਸ਼ਾਦਾ ਛਕਣਾ। ਸਵੇਰੇ ਸ਼ਾਮ ਦੀਵਾਨ ਸਜਦਾ ਤੇ ਮੈਂ ਜ਼ਿਕਰ ਕਰ ਰਿਹਾ ਗੁਰੂ ਹਰਗੋਬਿੰਦ ਮਹਾਰਾਜ ਨੂੰ। ਆਖਰ ਜਦੋਂ ਅਸੀਂ ਕਹਿੰਦੇ ਆ ਨਾ ਕਿ ਬਾਦਸ਼ਾਹ ਜਹਾਂਗੀਰ ਨੂੰ ਗੁਰੂ ਕੇ ਸਿੱਖਾਂ ਨੇ ਸੁਪਨੇ ਦੇ ਵਿੱਚ ਕਦੀ ਸ਼ੇਰ ਬਣ ਕੇ ਡਰਾਇਆ, ਕਦੀ ਕੁਛ, ਉਹ ਵੀ ਬਿਲਕੁਲ ਸੱਚ ਹੈ, ਉਹਦੇ ਤੇ ਕੋਈ ਕਿੰਤੂ ਨਹੀਂ ਹੈ। ਉਹ ਸਾਡਾ ਇਤਿਹਾਸ ਹੈ, ਸਾਡੇ ਇਤਿਹਾਸ ਦੇ ਸਰੋਤ ਬੋਲਦੇ ਨੇ। ਪਰ ਮਹਾਰਾਜ ਦੀ ਰਿਹਾਈ ਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਸੀ ਨਾ, ਉਹ ਸਾਈਂ ਮੀਆਂ ਮੀਰ ਨੇ ਅਦਾ ਕੀਤਾ ਸੀ। ਉਹ ਲਾਹੌਰ ਤੋਂ ਚੱਲ ਕੇ ਪਹੁੰਚਿਆ ਸੀ ਉੱਥੇ। ਜਦੋਂ ਉਹਨੂੰ ਖਬਰ ਮਿਲੀ ਸੀ ਕਿ ਗੁਰੂ ਹਰਗੋਬਿੰਦ ਮਹਾਰਾਜ ਨੂੰ ਜੇਲ੍ਹ ਵਿੱਚ ਕੈਦ ਕਰ ਦਿੱਤਾ ਗਿਆ, ਉਹ ਪਹੁੰਚਿਆ ਸੀ ਬਾਦਸ਼ਾਹ ਕੋਲ, ਕਿਉਂਕਿ ਬਾਦਸ਼ਾਹ ਬੜਾ ਜ਼ਿਆਦਾ ਬਿਮਾਰ ਸੀ। ਤੇ ਉਹਨੇ ਕਿਹਾ ਫਕੀਰਾਂ ਨੂੰ ਸੱਦੋ, ਚੰਗੇ ਵੈਦਾਂ ਨੂੰ ਸੱਦੋ। ਸਾਈਂ ਮੀਆਂ ਮੀਰ ਗਿਆ। ਫਿਰ ਵਜ਼ੀਰ ਜਿਹੜਾ ਸੀਗਾ, ਉਹ ਇੱਕ ਤਾਂ ਵਜ਼ੀਰ ਖਾਂ ਸਰਹੰਦ ਵਾਲਾ ਸੀ, ਇੱਕ ਵਜ਼ੀਰ ਖਾਂ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਲਾਹੌਰ ਹੋਇਆ, ਜਿਹਦਾ ਮਹਾਰਾਜ ਨੇ ਜਲੋਧਰ ਦਾ ਰੋਗ ਠੀਕ ਕੀਤਾ ਸੀਗਾ। ਤੇ ਉਹ ਰੋਜ਼ ਸੁਖਮਣੀ ਸਾਹਿਬ ਪੜ੍ਹੇ ਤੋਂ ਬਿਨਾਂ, ਵੇਖੋ ਹੈ ਉਹ ਮੁਸਲਮਾਨ ਸੀ, ਪਰ ਕਦੀ ਸੁਖਮਣੀ ਸਾਹਿਬ ਦਾ ਪਾਠ ਕੀਤੇ ਬਿਨਾਂ ਘਰੋਂ ਬਾਹਰ ਨਹੀਂ ਸੀ ਨਿਕਲਦਾ ਹੁੰਦਾ। ਮੁਸਲਮਾਨਾਂ ਦੇ ਵਿੱਚ ਅਕੀਦੇ ਵਾਲੇ ਅੱਜ ਵੀ ਮਿਲਦੇ ਨੇ। ਤੇ ਜਦੋਂ ਅਸੀਂ ਇਤਿਹਾਸ ਦੇ ਪੰਨੇ ਨੂੰ ਪੜ੍ਹਦੇ ਹਾਂ ਨਾ, ਜਦੋਂ ਆਪ ਜੀ ਗੁਰੂ ਕਾ ਬਾਗ ਜਾਓਗੇ ਨਾ, ਤੇ ਉੱਥੇ ਰਹੀਮ ਬਖਸ਼ ਤੇ ਕਰੀਮ ਬਖਸ਼ ਦਾ ਬਾਗ ਸੀਗਾ। ਆਪ ਜੀ ਇਤਿਹਾਸ ਸੁਣਦੇ ਉੱਥੇ ਜਾ ਕੇ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਇੱਥੋਂ ਜਾਣ ਲੱਗੇ ਪਟਨਾ ਸਾਹਿਬ ਤੋਂ, ਮਹਾਰਾਜ ਨੇ ਉਹਨਾਂ ਨੂੰ ਕਿਹਾ ਸੀ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਿਆ ਕਰਿਓ, ਤੁਹਾਨੂੰ ਸਾਡੇ ਦਰਸ਼ਨ ਹੋਇਆ ਕਰਨਗੇ। ਇਤਿਹਾਸ ਕਹਿੰਦਾ ਉਹਨਾਂ ਨੇ ਬਾ ਉਮਰ ਹੈ ਮੁਸਲਮਾਨ, ਕੱਟੜ ਮੁਸਲਮਾਨ ਰਹੇ, ਪਰ ਅੰਮ੍ਰਿਤ ਵੇਲੇ ਉੱਠ ਕੇ ਨਮਾਜ਼ ਦੀ ਥਾਂ ਤੇ ਜਪਜੀ ਸਾਹਿਬ ਦਾ ਪਾਠ ਕਰਿਆ ਕਰਦੇ ਸੀਗੇ। ਸੋ ਖੈਰ ਮੈਂ ਜ਼ਿਕਰ ਕਰ ਰਿਹਾ, ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਨਵਾਜਿਆ। ਆਖਰ ਉੱਥੇ ਬਾਣੀ ਦੇ ਪ੍ਰਵਾਹ ਚੱਲਦੇ ਰਹੇ। ਇੱਧਰੋਂ ਜਦੋਂ ਸਾਈਂ ਮੀਆਂ ਮੀਰ ਗਏ ਤੇ ਬਾਦਸ਼ਾਹ ਨੂੰ ਕਹਿੰਦੇ ਬਾਦਸ਼ਾਹ ਸੁੱਖ ਕਿੱਥੋਂ ਭਾਲਦਾ ਹੈ? ਫਕੀਰਾਂ ਨੂੰ ਦੁੱਖ ਦੇ ਕੇ, ਖੁਦਾ ਨੂੰ ਕੈਦ ਕਰਕੇ, ਖੁਦਾ ਦੇ ਸਰੀਰ ਨੂੰ ਕਸ਼ਟ ਦੇ ਕੇ, ਤੇ ਤੂੰ ਕਹਿੰਦਾ ਮੈਂ ਸੁੱਖ ਲੈ ਲਵਾਂ, ਮੈਨੂੰ ਦੇ ਅਰੋਗਤਾ ਮਿਲ ਜੇ, ਮੇਰੇ ਸੁਪਨਿਆਂ ਦਾ ਭਉ ਖਤਮ ਹੋ ਜੇ। ਬਾਦਸ਼ਾਹ ਕਹਿੰਦਾ ਤੁਸੀਂ ਕਿਹਦੀ ਗੱਲ ਕਰਦੇ ਹੋ? ਉਹ ਸਾਈਂ ਮੀਆਂ ਮੀਰ ਕਹਿਣ ਲੱਗਾ ਵੀ ਮੈਂ ਗੁਰੂ ਹਰਗੋਬਿੰਦ ਮਹਾਰਾਜ ਦੀ ਗੱਲ ਕਰਦਾ, ਜਿਸ ਨੂੰ ਤੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕੀਤਾ ਹੋਇਆ। ਸਾਈਂ ਮੀਆਂ ਮੀਰ ਦਾ ਬੜਾ ਵੱਡਾ ਰੋਲ, ਫਿਰ ਵਜ਼ੀਰ ਖਾਂ ਦਾ ਬੜਾ ਵੱਡਾ ਰੋਲ, ਹੋਰ ਵੀ ਕੁਝ ਐਸੇ ਚੋਣਵੇਂ ਸੀ ਜਿਨ੍ਹਾਂ ਨੇ ਇਸ ਰਿਹਾਈ 'ਚ ਬੜਾ ਵੱਡਾ ਰੋਲ ਜਿਹੜਾ ਸੀ ਅਦਾ ਕੀਤਾ। ਆਖਰ ਮੁੱਕਦੀ ਗੱਲ, ਉਹਨੇ ਚਿੱਠੀ ਲਿਖੀ ਗੁਰੂ ਹਰਗੋਬਿੰਦ ਮਹਾਰਾਜ ਨੂੰ ਰਿਹਾ ਕੀਤਾ ਜਾਏ। ਜੇਲਰ ਹਰਦਾਸ ਤੱਕ ਪਹੁੰਚੀ, ਉਹਨੇ ਮਹਾਰਾਜ ਨੂੰ ਦੱਸਿਆ। ਤੇ ਨਾਲ ਦੇ ਹੁਣ ਜਿੰਨੇ ਵੀ ਰਾਜੇ ਜਿਹੜੇ ਕਹਿੰਦੇ ਸੀ ਮਹਾਰਾਜ ਤੁਹਾਡੇ ਆਉਣ ਨਾਲ ਸਾਨੂੰ ਸੁੱਖ ਮਿਲ ਗਿਆ, ਸਾਨੂੰ ਚੰਗਾ ਪ੍ਰਸ਼ਾਦਾ ਮਿਲਣ ਲੱਗ ਪਿਆ, ਸਾਡੇ ਉੱਤੇ ਜਿਹੜਾ ਜ਼ੁਲਮ ਹੁੰਦਾ ਸੀ ਉਹ ਜ਼ੁਲਮ ਖਤਮ ਹੋ ਗਿਆ, ਤੁਹਾਡੇ ਦੀਦਾਰ ਕਰ ਕਰਕੇ ਸਾਡੇ ਅੰਦਰ ਰੂਹਾਨੀਅਤ ਆ ਗਈ ਹੈ, ਸਾਨੂੰ ਆਪਣੇ ਗਮ ਜਿਹੜੇ ਸੀ ਉਹ ਭੁੱਲ ਗਏ, ਸਾਡੇ ਭੈ ਨਾਸ਼ ਹੋ ਗਏ। ਸਤਿਗੁਰੂ ਪਾਤਸ਼ਾਹ ਜੀ ਹੁਣ ਤੁਸੀਂ ਚਲੇ ਜਾਓਗੇ ਤੇ ਸਾਡਾ ਜੀਵਨ ਫਿਰ ਨਰਕਾਂ ਵਾਲਾ ਹੋ ਜਾਏਗਾ। ਆਖਰ ਮਹਾਰਾਜ ਜੀ ਇਹੀ ਬੇਨਤੀ ਹੈ, ਤੁਸੀਂ ਜਾਓ ਨਾ, ਤੇ ਜੇ ਜਾਓਗੇ ਤੇ ਸਾਨੂੰ ਨਾਲ ਲੈ ਕੇ ਜਾਇਓ। ਅਸਲ 'ਚ ਦੇਖੋ, ਜਦੋਂ ਮਹਾਰਾਜ ਦੇ ਚਰਨਾਂ 'ਤੇ ਕੋਈ ਢਹਿ ਪੈਂਦਾ, ਡਿੱਗ ਪੈਂਦਾ, ਤਾਂ ਕਿਰਪਾਲੂ ਦਿਆਲੂ ਸਤਿਗੁਰੂ ਆਪਣੇ ਸੁਭਾਅ ਦੀ ਬਿਰਧ ਦੀ ਪ੍ਰਤੀਪਾਲਨਾ ਕਰਦੇ। ਇਤਿਹਾਸ ਕਹਿੰਦਾ ਮਹਾਰਾਜ ਨੇ ਲਿਖਿਆ ਵੀ ਤੁਸੀਂ ਇੰਜ ਕਰੋ, ਬਾਦਸ਼ਾਹ ਨੂੰ ਕਹੋ ਜੇ ਸਾਨੂੰ ਰਿਹਾ ਕਰਨਾ ਤੇ ਗੁਰੂ ਦੇ ਮਗਰ ਸਿੱਖ ਵੀ ਚੱਲਦੇ ਹੁੰਦੇ ਨੇ। ਮਹਾਰਾਜ ਨੇ ਕਹਿੰਦੇ ਸਾਨੂੰ ਰਿਹਾ ਕਰਨਾ ਤੇ ਰਾਜੇ ਵੀ ਸਾਡੇ ਮਗਰ ਆਉਣਗੇ। ਆਖਰ ਬਾਦਸ਼ਾਹ ਨੇ ਦੋ ਚਿੱਤੀ ਵਿੱਚ ਪਏ ਹੋਏ ਨੇ ਫੈਸਲਾ ਜਿਹੜਾ ਲਿਆ, ਇਤਿਹਾਸ ਦਾ ਪੱਖ ਕਹਿੰਦਾ
ਉਹਨੇ ਕਿਹਾ ਜਿਹੜਾ ਜਿਹੜਾ ਰਾਜਾ ਮਹਾਰਾਜ ਦਾ ਪੱਲਾ ਪਕੜ ਕੇ ਬਾਹਰ ਆ ਜਾਏਗਾ ਉਹਨੂੰ ਰਿਹਾ ਕਰ ਦੇਵਾਂਗੇ। ਉਹਨੇ ਚਾਲ ਚੱਲੀ, ਪਰ ਗੁਰੂ ਨੂੰ ਕੌਣ ਛੱਲ ਸਕਦਾ ਹੈ? ਇਹ ਯਾਦ ਰੱਖੀਏ, ਸਾਰੀ ਦੁਨੀਆ ਨੂੰ ਛੱਲ ਸਕਦੇ ਆ ਪਰ ਗੁਰੂ ਨੂੰ ਕਦੀ ਨਹੀਂ ਛਲਿਆ ਜਾ ਸਕਦਾ। ਗੁਰੂ ਹਰਗੋਬਿੰਦ ਮਹਾਰਾਜ ਨੇ 52 ਕਲੀਆਂ ਵਾਲਾ ਚੋਲਾ ਜਿਹੜਾ ਸੀ ਉਹ ਸਵਾਇਆ ਤੇ ਸਾਰੇ ਰਾਜਿਆਂ ਨੂੰ ਇੱਕ ਇੱਕ ਕਲੀ ਜਿਹੜੀ ਸੀ ਉਹ ਫੜਾਈ ਤੇ ਮਹਾਰਾਜ ਬਾਹਰ ਆਉਣ ਲੱਗੇ। ਮੈਂ ਇੱਥੇ ਜਿਹੜਾ ਜ਼ਿਕਰ ਕਰਾਂ, ਦੇਖੋ ਅਸੀਂ 52 ਰਾਜਿਆਂ ਦਾ ਵੀ ਜ਼ਿਕਰ ਪੜ੍ਹਦੇ ਹਾਂ। ਇੱਥੇ ਇਸ ਕਿਲੇ ਦੇ ਨਾਲ ਬਹੁਤ ਇਤਿਹਾਸ ਜਿਹੜਾ ਜੁੜਿਆ, ਕਿਉਂਕਿ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਜੀ ਉੱਥੇ ਸੀ ਤੇ ਇਹ ਘਟਨਾ ਵੀ ਅਸੀਂ ਅੱਖੋਂ ਓਹਲੇ ਨਹੀਂ ਕਰ ਸਕਦੇ। ਇੱਧਰ ਅੰਮ੍ਰਿਤਸਰ ਸਾਹਿਬ ਬੈਠੀ ਹੋਈ ਸਾਰੀ ਸੰਗਤ ਜਿਹੜੀ ਸੀ ਨਾ ਬੜੀ ਬੇਬਲ ਸੀ, ਕਿਉਂਕਿ ਉਹਨਾਂ ਦੀ ਅਵਸਥਾ ਇਹ ਸੀ, ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੈ ਜੀਓ। ਉਹਨਾਂ ਦੀ ਅਵਸਥਾ ਇਹ ਸੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰੇ ਤੁਧ ਭਗਵੰਤਾ, ਮੋਹਿ ਰੈਣ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਉਹਨਾਂ ਦੀ ਹਾਲਤ ਇਹ ਸੀ। ਆਖਰ ਸੰਗਤ ਨੇ ਨਾ ਬਾਬਾ ਬੁੱਢਾ ਸਾਹਿਬ ਜੀ ਦੀ ਅਗਵਾਈ ਵਿੱਚ ਜਦੋਂ ਬਹੁਤ ਬੇਬਲ ਹੋਈ ਸੰਗਤ, ਉਹਨਾਂ ਨੇ ਅੰਮ੍ਰਿਤਸਰ ਸਾਹਿਬ ਤੋਂ ਚੌਂਕੀ ਕੱਢੀ। ਸਾਰੇ ਰਾਹ ਜਿਵੇਂ ਆਪਾਂ ਕੀਰਤਨ ਕਰਦੇ ਹਾਂ ਕਈ ਵਾਰ ਪ੍ਰਭਾਤ ਫੇਰੀ ਨਗਰ ਕੀਰਤਨ 'ਚ, ਇਸ ਤਰ੍ਹਾਂ ਕੀਰਤਨ ਕਰਦਿਆਂ ਹੋਇਆਂ ਗਵਾਲੀਅਰ ਦੇ ਕਿਲੇ ਤੱਕ ਪਹੁੰਚੇ ਤੇ ਜਾ ਕੇ ਪਤਾ ਲੱਗਾ ਵੀ ਤੁਸੀਂ ਅੰਦਰ ਨਹੀਂ ਜਾ ਸਕਦੇ। ਉਹ ਕਹਿੰਦੇ ਭਾਵੇਂ ਅੰਦਰ ਨਹੀਂ ਜਾ ਸਕਦੇ ਪਰ ਅਸੀਂ ਕੀਰਤਨ ਕਰਦੇ ਹਾਂ। ਉਸ ਦਰਵਾਜ਼ੇ ਤੇ ਨਮਸਕਾਰ ਕਰਦੇ ਹਾਂ, ਉਸ ਕਿਲੇ ਦੀ ਪਰਿਕਰਮਾ ਕੀਤੀ ਬਾਬਾ ਬੁੱਢਾ ਸਾਹਿਬ ਜੀ ਨੇ, ਸਾਰੀ ਸੰਗਤ ਨੇ, ਤੇ ਫਿਰ ਉੱਥੇ 1-2 ਦਿਨ ਇਸ ਤਰ੍ਹਾਂ ਮਹਾਰਾਜ ਦੀਆਂ ਪਰਿਕਰਮਾ ਕਰਕੇ ਸੁਰਤ ਦੇ ਨਾਲ ਦੀਦਾਰ ਕਰਕੇ ਵਾਪਿਸ ਆ ਗਏ ਸੀਗੇ। ਚੌਂਕੀਆਂ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਾਰੰਭ ਕੀਤੀਆਂ ਸੀ। ਉਸ ਤੋਂ ਬਾਅਦ ਚਲੋ ਅੱਜ ਬਿਲਾਵਲ ਕੀ ਚੌਂਕੀ, ਸੋਦਰ ਕੀਆਂ ਚੌਂਕੀਆਂ, ਪਰ 2 ਮੁੱਖ ਚੌਂਕੀਆਂ ਨੇ ਪੰਥ ਦੇ ਅੰਦਰ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜੀਆਂ ਪ੍ਰਾਰੰਭ ਕੀਤੀਆਂ। ਇੱਕ ਤੇ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਡਰੋਲੀ ਭਾਈ ਰਹਿੰਦੇ ਸੀਗੇ, ਉੱਥੇ ਮਹਾਰਾਜ ਲੰਮਾ ਸਮਾਂ ਰਹੇ ਤੇ ਇੱਧਰ ਸੰਗਤਾਂ ਬੇਬਲ ਸੀ। ਸੰਗਤਾਂ ਨੇ ਮਹਾਰਾਜ ਨੂੰ ਸੁਨੇਹੇ ਭੇਜੇ, ਮਹਾਰਾਜ ਤੁਸੀਂ ਕਦੋਂ ਵਾਪਿਸ ਆਓਗੇ? ਸਾਹਿਬ ਕਹਿੰਦੇ ਤੁਸੀਂ ਚੌਂਕੀ ਕੱਢਿਆ ਕਰੋ ਤੇ ਚੌਂਕੀ ਦੇ ਵਿੱਚੋਂ ਤੁਹਾਨੂੰ ਸਾਡੇ ਦਰਸ਼ਨ ਹੋਇਆ ਕਰਨਗੇ। ਇੱਕ ਚੌਂਕੀ ਉਦੋਂ ਪ੍ਰਾਰੰਭ ਹੋਈ ਸੀ ਤੇ ਇੱਕ ਚੌਂਕੀ ਜਿਹੜੀ ਸੀ ਗੁਰੂ ਹਰਗੋਬਿੰਦ ਮਹਾਰਾਜ ਜਦੋਂ ਗਵਾਲੀਅਰ ਦੇ ਕਿਲੇ 'ਚ ਕੈਦ ਸੀ ਉਦੋਂ ਚੌਂਕੀ ਆਰੰਭ ਹੋਈ ਸੀ। ਬਾਕੀ ਹੋਰ ਵੀ ਸੰਗਤ ਜਿਵੇਂ ਪ੍ਰਭਾਤ ਫੇਰੀਆਂ ਦੇ ਰੂਪ 'ਚ ਵੀ ਜਾਂਦੀ ਹੈ ਜਾਂ ਸੰਗਤੀ ਰੂਪ ਵਿੱਚ ਇੱਕ ਚੌਂਕੀ ਜਿਹੜੀ ਉਹ ਇਲਾਕੇ ਦੀਆਂ ਸੰਗਤਾਂ ਵੱਲੋਂ ਅੱਜ ਵੀ ਕੱਢੀ ਜਾਂਦੀ। ਸੋ ਖੈਰ ਮੈਂ ਜਿਹੜਾ ਜ਼ਿਕਰ ਕਰਾਂ, ਗੁਰੂ ਹਰਗੋਬਿੰਦ ਮਹਾਰਾਜ ਨੂੰ ਜਦੋਂ ਇਹ ਕਿਹਾ ਗਿਆ ਵੀ ਤੁਸੀਂ ਜਿਹੜੇ ਤੁਹਾਡਾ ਪੱਲਾ ਪਕੜ ਲੈਣਗੇ ਉਹ ਬਾਹਰ ਆ ਜਾਣ, ਸਤਿਗੁਰੂ ਪਾਤਸ਼ਾਹ ਜੀ ਨੇ ਪੱਲਾ ਪਕੜਿਆ। ਉੱਥੇ ਨਾ ਅਸੀਂ ਇੱਕ ਜ਼ਿਕਰ ਘੱਟ ਕਰਦੇ ਹਾਂ ਕਈ ਵਾਰ, ਜਿਹੜਾ ਜੇਲਰ ਹਰਦਾਸ ਸੀ ਉਹ ਭਾਵੇਂ ਨੌਕਰੀ ਕਰਦਾ ਸੀ ਸਰਕਾਰੀ, ਉਹ ਕੈਦੀ ਨਹੀਂ ਸੀ ਉੱਥੋਂ ਦਾ, ਪਰ ਇਹ ਸੱਚ ਹੈ ਉਹ ਵੀ ਉਸ ਦਿਨ ਗੁਰੂ ਹਰਗੋਬਿੰਦ ਮਹਾਰਾਜ ਦੇ ਨਾਲ ਤੁਰ ਪਿਆ ਸੀ। ਉਸ ਤੋਂ ਬਾਅਦ ਇਹ ਵੀ ਇਤਿਹਾਸ ਦਾ ਇੱਕ ਪੱਖ ਹੈ ਕਿ ਜਿਹੜੇ ਉਹ ਰਾਜੇ ਸੀ ਉਹਨਾਂ ਦੇ ਹੱਥਾਂ ਪੈਰਾਂ ਵਿੱਚ ਬੇੜੀਆਂ ਪਾਈਆਂ ਸੀ। ਆਪਾਂ ਕਦੀ ਇਹ ਸੋਚੀਏ ਵੀ ਉਹ ਬੇੜੀਆਂ ਕਿੰਨੇ ਕੱਟੀਆਂ। ਜਦੋਂ ਤੁਸੀਂ ਕਵੀ ਭਾਈ ਸੰਤੋਖ ਸਿੰਘ ਸਾਹਿਬ ਨੂੰ ਪੜ੍ਹੋਗੇ ਨਾ, ਉਹ ਲਿਖਦੇ ਨੇ ਵੀ ਸਮੇਤ ਬੇੜੀਆਂ ਦੇ ਉਹ ਰਾਜੇ ਬਾਹਰ ਆਏ, ਕਿਉਂਕਿ ਬਾਹਰ ਆਉਣ ਦਾ ਹੁਕਮ ਸੀ, ਉਹਨਾਂ ਦੀਆਂ ਬੇੜੀਆਂ ਖੋਲ੍ਹਣ ਦਾ ਕਿਸੇ ਨੂੰ ਨਹੀਂ ਹੁਕਮ ਸੀਗਾ। ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਉਵੇਂ ਉਹਨਾਂ ਨੂੰ ਲੈ ਕੇ ਆਏ ਤੇ ਗਵਾਲੀਅਰ ਤੋਂ ਲਾਗੇ ਇੱਕ ਨਗਰ ਹੈ, ਉੱਥੇ ਅਸਥਾਨ ਹੈ ਮਹਾਰਾਜ ਜੀ ਦਾ। ਉੱਥੇ ਫਿਰ ਇੱਕ ਲੋਹਾਰ ਸੀਗਾ, ਉਸ ਲੋਹਾਰ ਕੋਲ ਆ ਕੇ ਫਿਰ ਸਾਰਿਆਂ ਦੀਆਂ ਬੇੜੀਆਂ ਜਿਹੜੀਆਂ ਸੀ ਉਹ ਕਟਵਾਈਆਂ ਗਈਆਂ। ਤੇ ਜੇਲਰ ਹਰਦਾਸ ਜਿਹੜਾ ਸੀ ਨਾ, ਉਹਨੇ ਮਹਾਰਾਜ ਦੇ ਫਿਰ ਆਪਣੇ ਘਰੇ ਚਰਨ ਵੀ ਪਵਾਏ ਸੀ ਕਿ ਮਹਾਰਾਜ ਪਰਤ ਕੇ ਪਤਾ ਨਹੀਂ ਮੈਨੂੰ ਤੁਹਾਡੇ ਦੀਦਾਰ ਹੋਣ ਜਾਂ ਨਾ ਹੋਣ, ਇਹ ਨਦੀ ਨਾਵ ਸੰਜੋਗੀ ਮੇਲੇ ਵਾਲੀ ਖੇਡ ਹੈ, ਪਤਾ ਨਹੀਂ ਕਦੀ ਦੁਬਾਰਾ ਇਹ ਸੰਜੋਗ ਹੋਣੇ ਕਿ ਨਹੀਂ। ਮਹਾਰਾਜ ਮੇਰੇ ਘਰ ਵਿੱਚ ਤੁਸੀਂ ਜ਼ਰੂਰ ਚਰਨ ਪਾ ਕੇ ਜਾਓ। ਉਹਨੇ ਗੁਰੂ ਹਰਗੋਬਿੰਦ ਮਹਾਰਾਜ ਦੇ ਚਰਨ ਵੀ ਆਪਣੇ ਘਰ ਪਵਾ ਕੇ ਤੇ ਮਹਾਰਾਜ ਦੀ ਸੇਵਾ ਟਹਿਲ ਕੀਤੀ ਸੀ। ਰਾਜਿਆਂ ਦੀਆਂ ਬੇੜੀਆਂ ਕਟਵਾਈਆਂ ਸੀ ਤੇ ਇਹ ਉਹ ਰਾਜੇ ਸੀ। ਦੇਖੋ ਅਸੀਂ ਇਹਨਾਂ ਨੂੰ ਅਕਿਰਤ ਘਣ ਵੀ ਕਹਿ ਲਈਏ ਤੇ ਇਹਦੇ ਵਿੱਚ ਕੋਈ ਦੋਸ਼ ਨਹੀਂ। ਜਿਸ ਭੀਮ ਚੰਦ ਨੇ ਸਾਰੀ ਜ਼ਿੰਦਗੀ ਇਹ ਪ੍ਰਣ ਕੀਤਾ ਹੋਇਆ ਸੀ ਕਿ ਮੈਂ ਨਾ ਟਿਕ ਕੇ ਬਹਿਣਾ ਤੇ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਬੈਠਣ ਦੇਣਾ, ਇਸੇ ਭੀਮ ਚੰਦ ਦਾ ਦਾਦਾ ਸੀ ਤਾਰਾ ਚੰਦ, ਜਿਹਨੂੰ ਗੁਰੂ ਹਰਗੋਬਿੰਦ ਮਹਾਰਾਜ ਨੇ ਰਿਹਾ ਕਰਵਾਇਆ ਸੀ। ਬੜੇ ਰਾਜੇ ਐਸੇ ਸੀ ਜਿਨ੍ਹਾਂ ਦੀਆਂ ਔਲਾਦਾਂ ਨੇ ਅੱਗੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਰੁੱਧ ਬਗਾਵਤਾਂ ਕੀਤੀਆਂ ਸੀ। ਪਰ ਮੈਂ ਇੱਥੇ ਜਿਹੜਾ ਜ਼ਿਕਰ ਕਰ ਰਿਹਾ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸਦ ਬਖਸ਼ਿੰਦ, ਗੁਰੂ ਜਦੋਂ ਕਿਸੇ ਤੇ ਕਿਰਪਾ ਕਰਨ ਆਉਂਦਾ ਉਹ ਇਹ ਨਹੀਂ ਪੁੱਛਦਾ ਤੂੰ ਕੌਣ ਹੈ ਤੇ ਤੂੰ ਕੌਣ ਨਹੀਂ। ਉਹਨਾਂ ਰਾਜਿਆਂ ਤੇ ਮਹਾਰਾਜ ਨੇ ਕਿਰਪਾ ਕੀਤੀ, ਉਹਨਾਂ ਨੂੰ ਇੱਕ ਵਾਰ ਨਹੀਂ ਪੁੱਛਿਆ ਵੀ ਤੁਸੀਂ ਤਾਂ ਹਕੂਮਤਾਂ ਦੇ ਬਾਗੀ ਹੋ, ਜਾਂ ਤੁਸੀਂ ਟੈਕਸ ਜਿਹੜਾ ਸੀ ਉਹ ਸਰਕਾਰਾਂ ਨੂੰ ਕਦੀ ਭਰਿਆ ਹੋਵੇਗਾ, ਜਾਂ ਤੁਸੀਂ ਵੱਡੇ ਵੱਡੇ ਰਾਜੇ ਹੋ ਸਾਨੂੰ ਕੀ ਦਿਓਗੇ। ਕੋਈ ਸਵਾਰਥ ਨਹੀਂ ਗੁਰੂ ਹਰਗੋਬਿੰਦ ਮਹਾਰਾਜ ਦਾ। ਬਖਸ਼ੰਦ ਸਤਿਗੁਰੂ। ਫਿਰ ਸਦਾ ਮਿਹਰਵਾਨਾ ਜੋ ਪੰਕਤੀ ਚੱਲ ਰਹੀ ਹੈ, ਸਦਾ ਮਿਹਰਵਾਨਾ, ਉਹ ਜਦੋਂ ਵੀ ਕਿਸੇ ਤੇ ਮਿਹਰਬਾਨ ਹੁੰਦਾ ਹੈ। ਆਪਾਂ ਕਿਸੇ ਤੇ ਦਇਆ ਕਰਨੀ ਹੋਵੇ ਤੇ ਆਪਾਂ ਮਾਫ ਕਰਿਓ ਭਿਖਾਰੀ ਨੂੰ ਵੀ ਰੁਪਈਆ ਦੇਣਾ ਹੋਵੇ ਨਾ, ਸਾਡੇ ਅੰਦਰ ਵੀ ਮਨਸ਼ਾ ਹੁੰਦੀ ਵੀ ਸਾਨੂੰ ਅਸੀਸਾਂ ਦੇ ਕੇ ਜਾਏਗਾ। ਉਹਨਾਂ ਚਿਰ ਆਪਾਂ ਮੰਗਤੇ ਦੀ ਝੋਲੀ 'ਚ ਵੀ ਆਟਾ ਨਹੀਂ ਪਾਉਂਦੇ ਘਰੇ,
ਵੀ ਜਿੰਨਾ ਚਿਰ ਇਹ ਅਸੀਸ ਨਾ ਦੇਵੇ। ਸਾਡੇ ਅੰਦਰ ਸਵਾਰਥ ਹੁੰਦਾ, ਕੋਈ ਅਸੀਸਾਂ ਦੇਗਾ। ਗੁਰੂ ਹਰਗੋਬਿੰਦ ਮਹਾਰਾਜ ਦੇ ਅੰਦਰ ਕੋਈ ਸਵਾਰਥ ਨਹੀਂ ਵੀ ਸਾਨੂੰ ਅਸੀਸਾਂ ਦੇਣ। ਤੇ ਨਾਲ ਸਾਹਿਬ ਕਹਿੰਦੇ ਸਭਨਾਂ ਦੇ ਆਧਾਰੀ ਜਿਹੜਾ ਗੁਰੂ ਹੈ ਉਹ ਸਾਰਿਆਂ ਨੂੰ ਹੀ ਆਸਰਾ ਦਿੰਦਾ। ਉੱਥੇ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਜਿਹੜੇ ਜਿਹੜੇ ਰਾਜੇ ਤਾਂ ਸਾਡੇ ਇਲਾਕੇ ਦੇ ਨੇ ਉਹ ਤਾਂ ਮੈਂ ਲੈ ਜਾਣਾ, ਕਿਉਂਕਿ ਅੱਜ ਨਾ ਅਸੀਂ ਸਭ ਤੋਂ ਜ਼ਿਆਦਾ ਇਲਾਕਾਵਾਦ ਦੇ ਵਿੱਚ ਵੰਡੇ ਹੋਏ ਆ। ਜਦੋਂ ਵੀ ਆਪਾਂ ਕਿਤੇ ਬਾਹਰ ਅੰਦਰ ਵਿਚਰਦੇ ਹਾਂ ਵੀ ਸਾਡੇ ਇਲਾਕੇ ਦਾ, ਸਾਡੇ ਸ਼ਹਿਰ ਦਾ, ਜਾਨਵਰਨ ਤੱਕ ਜਾਂਦੇ ਆ। ਬਗਾਨੇ ਇਲਾਕੇ ਦਾ ਤੇ ਮਾਫ਼ ਕਰੋ ਕਈ ਵਾਰ ਅਸੀਂ ਚੱਜ ਨਾਲ ਫਤਿਹ ਵੀ ਨਹੀਂ ਬੁਲਾਉਂਦੇ ਹੁੰਦੇ ਵੀ ਸਾਡੇ ਇਲਾਕੇ ਦਾ ਬੰਦਾ ਨਹੀਂ ਆਏ। ਅਸੀਂ ਇਲਾਕਾਵਾਦ ਵਿੱਚ, ਜਿੱਥੇ ਅਸੀਂ ਜਾਤਵਾਦ ਵਿੱਚ ਵੰਡੇ ਹੋਏ ਹਾਂ, ਅਸੀਂ ਵੱਖ-ਵੱਖ ਸੰਪਰਦਾਵਾਂ ਵਿੱਚ ਵੰਡੇ ਹੋਏ ਹਾਂ, ਸਭ ਤੋਂ ਜ਼ਿਆਦਾ ਅੱਜ ਅਸੀਂ ਇਲਾਕਾਵਾਦ ਵਿੱਚ ਵੀ ਵੰਡੇ ਹੋਏ ਹਾਂ। ਪਰ ਮਹਾਰਾਜ ਨੇ ਇਹ ਨਹੀਂ ਕਿਹਾ ਤੁਸੀਂ ਸਾਡੇ ਇਲਾਕੇ ਦੇ ਹੋਵੋਗੇ ਤਾਂ ਮੈਂ ਰਿਹਾ ਕਰ ਦਾਂਗਾ, ਨਹੀਂ ਤਾਂ ਨਹੀਂ। ਜੇ ਤੁਸੀਂ ਸਿੱਖੀ ਨੂੰ ਅਪਣਾਓਗੇ ਤੇ ਅਸੀਂ ਤੁਹਾਨੂੰ ਆਹ ਕੁਛ ਦੇਵਾਂਗੇ, ਰਿਹਾ ਕਰ ਦਾਂਗੇ, ਬਿਲਕੁਲ ਨਹੀਂ। ਉਹ ਸਭਨਾਂ ਦੇ ਆਧਾਰੀ। ਮੈਂ ਗੱਲ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਤੋਂ। ਗੁਰੂ ਨਾਨਕ ਪਾਤਸ਼ਾਹ ਜੀ ਜਿੱਥੇ ਵੀ ਗਏ ਸਾਰਿਆਂ ਨੂੰ ਆਸਰਾ ਦਿੱਤਾ, ਸਾਰਿਆਂ ਦਾ ਉਧਾਰ ਕੀਤਾ ਤੇ ਸਾਰਿਆਂ ਨੂੰ ਚੰਗੇ ਰਸਤੇ ਤੇ ਪਾਇਆ। ਉਹ ਭਾਵੇਂ ਕੌਡਾ ਰਾਖਸ਼ ਹੋਵੇ, ਉਹ ਭਾਵੇਂ ਭੂਮੀਆਂ ਚੋਰ ਹੋਵੇ, ਜਿਹੜਾ ਮਰਜ਼ੀ ਹੋਵੇ। ਤੇ ਗੁਰੂ ਦਾ ਸੁਭਾਅ ਜਿਹੜਾ ਉਹ ਸਦਾ ਬਖਸ਼ਾਂਦਾ। ਗੁਰੂ ਹਰਗੋਬਿੰਦ ਮਹਾਰਾਜ ਫਿਰ ਜਦੋਂ ਚੱਲਦਿਆਂ ਇਸ ਦੀਵਾਲੀ ਦੇ ਪਾਵਨ ਦਿਹਾੜੇ ਤੇ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਜਦੋਂ ਅੰਮ੍ਰਿਤਸਰ ਸਾਹਿਬ ਪਹੁੰਚਦੇ ਨੇ ਨਾ, ਉੱਥੇ ਇਤਿਹਾਸ ਦੀਆਂ ਚਲੋ ਵੱਖ-ਵੱਖ ਰਿਆਂ ਨੇ, ਕੁਝ ਅੱਗੇ ਪਿੱਛੇ ਦੇ ਦਿਨਾਂ ਦੀ ਵੀ ਗੱਲ ਕਰਦੇ। ਪਰ ਮੁੱਕਦੀ ਗੱਲ ਇਹ ਕਿ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਤੇ ਗੁਰੂ ਕੇ ਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਦੀ ਅਗਵਾਈ ਦੇ ਵਿੱਚ ਘਿਓ ਦੇ ਦੀਵੇ ਬਾਲੇ ਸੀ। ਇਹਦਾ ਮਤਲਬ ਇੱਕ ਤਾਂ ਬਾਹਰੋਂ ਇਸ਼ਾਰਾ ਹੈ। ਇਹ ਇਸ਼ਾਰਾ ਇਹ ਸੀ, ਸਤਿਗੁਰੂ ਜਿਵੇਂ ਤੁਸੀਂ ਅੱਜ ਆਏ ਹੋ, ਤੁਹਾਡੀ ਆਮਦ ਤੇ ਅਸੀਂ ਘਿਓ ਦੇ ਦੀਵੇ ਬਾਲੇ, ਸਤਿਗੁਰ ਕਿਰਪਾ ਕਰ ਸਾਨੂੰ ਵੀ ਕਿਤੇ ਇਹਨਾਂ ਰਾਜਿਆਂ ਤੇ ਤਰ੍ਹਾਂ ਰਿਹਾ ਕਰਵਾ ਦੇ। ਸੁਖਮਨੀ ਸਾਹਿਬ 'ਚ ਅਸੀਂ ਇੱਕ ਬਚਨ ਪੜ੍ਹਦੇ, ਸਤਿਗੁਰ ਸਿੱਖ ਕੇ ਬੰਧਨ ਘਟ ਹੈ, ਗੁਰ ਕਾ ਸਿੱਖ ਬੇਕਾਰ ਤੇ ਹਟ ਹੈ। ਕਿ ਦਾਤਾ ਜੀ ਇਹ ਤਾਂ ਕੇਵਲ 52 ਨੇ, ਅਸੀਂ ਪਤਾ ਨਹੀਂ ਕਿੰਨੇ ਕੁ ਆ, ਕਿਉਂਕਿ ਅਸੀਂ ਸਾਰੇ ਹੀ ਬੱਝੇ ਹੋਏ ਹਾਂ। ਤੇ ਅਸਲ 'ਚ ਅਸੀਂ ਵੀ ਇੱਕ ਇਸ ਦੇਹ ਰੂਪ ਕਿਲੇ ਦੇ ਵਿੱਚ ਕੈਦ ਹੋਏ ਪਏ ਆ। ਤੇ ਦੂਜਾ ਕਾਰਨ ਕੀ ਹੈ? ਸਾਡੇ ਹੱਥਾਂ ਪੈਰਾਂ 'ਚ ਬੇੜੀਆਂ ਕਿਹੜੀਆਂ? ਸਾਡੇ ਮਨ ਨੂੰ ਵਿਕਾਰਾਂ ਦੀਆਂ ਬੇੜੀਆਂ ਪਈਆਂ। ਤੇ ਦਾਤਾ ਹੈ ਅਸੀਂ ਵੀ ਰਾਜੇ ਹੀ ਹਾਂ, ਕਿਉਂਕਿ ਅਸੀਂ ਕੋਈ ਗਰੀਬ ਗੁਰਬੇ ਨਹੀਂ। ਮੈਂ ਅੱਗੇ ਵੀ ਕਈ ਵਾਰ ਜ਼ਿਕਰ ਕੀਤਾ, ਅਸੀਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪੁੱਤਰ ਧੀਆਂ ਵਾਂ। ਕਦੀ ਇਹ ਨਾ ਕਿਹਾ ਕਰੋ ਅਸੀਂ ਤਾਂ ਬੜੇ ਗਰੀਬ ਹਾਂ। ਠੀਕ ਹੈ, ਮਨ ਦੀ ਗਰੀਬੀ ਇੱਕ ਅਲੱਗ ਚੀਜ਼ ਹੈ। ਬਾਹਰੋਂ ਸਾਰੀ ਉਮਰ ਰੋਈ ਜਾਣਾ ਸਾਡੇ ਕੋਲ ਹੈ ਹੀ ਕੁਛ ਨਹੀਂ, ਅਸੀਂ ਤਾਂ ਬੜੇ ਗਰੀਬ ਹਾਂ। ਸਾਹਿਬ ਪਾਤਸ਼ਾਹ ਕਹਿੰਦੇ ਨੇ ਬਹੁਤਾ ਕਹੀ ਹੈ ਬਹੁਤਾ ਹੋਏ। ਕਦੀ ਚੰਗਾ ਵੀ ਬੋਲਿਆ ਕਰ, ਕਦੀ ਬਹੁਤਾ ਵੀ ਕਿਹਾ ਕਰ। ਰੱਬ ਨੇ ਬਹੁਤ ਕੁਛ ਦਿੱਤਾ, ਬਹੁਤ ਕੁਛ ਹੋਏਗਾ। ਤੇ ਮਾਫ਼ ਕਰਿਓ ਮੇਰੇ ਸ਼ਬਦ ਨੂੰ, ਜਿਹੜਾ ਕਹਿੰਦਾ ਰਹਿੰਦਾ ਮੇਰੇ ਕੋਲ ਹੈ ਹੀ ਕੱਖ ਨਹੀਂ, ਮੇਰੇ ਕੋਲ ਹੈ ਹੀ ਕੁਛ ਨਹੀਂ, ਕਈ ਵਾਰ ਜ਼ੁਬਾਨ ਰੱਬ ਨਾ ਕਰੇ ਸੱਚੀ ਵੀ ਹੋ ਜਾਂਦੀ ਹੁੰਦੀ ਹੈ। ਪਰ ਖੈਰ ਮੈਂ ਜ਼ਰਾ ਜ਼ਿਕਰ ਕਰਾਂ, ਅਸੀਂ ਰਾਜੇ ਹਾਂ, ਅਕਾਲ ਪੁਰਖ ਪਰਮੇਸ਼ਰ ਦੀ ਸੰਤਾਨ ਆ ਅਸੀਂ। ਤੇ ਉਹ ਸਾਡਾ ਪਰਮੇਸ਼ਰ ਜਿਹੜਾ ਉਹ ਰਾਜਿਆਂ ਦਾ ਰਾਜਾ ਹੈ। ਤਾਂ ਅਸੀਂ ਸਾਰੇ ਹੀ ਰਾਜੇ ਹਾਂ। ਪਰ ਗੱਲ ਇਹ ਹੈ ਕਿ ਅਸੀਂ ਰਾਜੇ ਹੋਣ ਦੇ ਬਾਵਜੂਦ ਇਸ ਦੇਹੀ ਦੇ ਕਿਲੇ ਵਿੱਚ ਕੈਦ ਹੋ ਗਏ ਹਾਂ। ਸਤਿਗੁਰੂ ਤੇਰੇ ਅੱਗੇ ਅਸੀਂ ਘਿਓ ਦੇ ਦੀਵੇ ਬਾਲਦੇ ਕਿ ਤੂੰ ਸਾਡੇ ਅੰਦਰ ਸਤਿਗੁਰ ਸ਼ਬਦ ਉਜਾਰੋ ਦੀਪਾ, ਤੂੰ ਸਾਡੇ ਅੰਦਰ ਨਾਮ ਦਾ ਦੀਪਕ ਜਿਹੜਾ ਉਹ ਜਗਾ ਦੇ। ਸਾਹਿਬ ਦੀ ਬਾਣੀ 'ਚ ਇੱਕ ਬਚਨ ਆਉਂਦਾ ਹੈ, ਫੂਟੋ ਆਂਡਾ ਭਰਮ ਕਾ ਮਨਹਿ ਪਿਆ ਪ੍ਰਗਾਸ, ਕਿ ਮਨ ਵਿੱਚ ਪ੍ਰਕਾਸ਼ ਹੋ ਜਾਣਾ। ਦੇਖੋ ਬਾਹਰ ਇੱਕ ਸਾਹਿਬ ਦੀ ਬਾਣੀ ਦਾ ਬਚਨ ਹੈ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਕਈ ਵਾਰ ਇੰਝ ਹੋ ਜਾਂਦਾ। ਅੱਜ ਦੀਵਾਲੀ ਹੈ ਤਾਂ ਆਪ ਜੀ ਦੇਖੋਗੇ ਇਸ ਬੰਦੀ ਛੋੜ ਦਿਵਸ 'ਤੇ ਸਾਰੀ ਦੁਨੀਆ ਦੇ ਵਿੱਚ ਤਕਰੀਬਨ ਜਿੱਥੇ ਵੀ ਇਸ ਤਿਉਹਾਰਾਂ ਨੂੰ ਮਨਾਉਣ ਵਾਲੇ ਬੈਠੇ ਨੇ, ਖਾਸ ਕਰਕੇ ਇਸ ਮੁਲਕ ਦੇ ਅੰਦਰ ਰਾਤ ਨੂੰ ਘਰਾਂ ਦੀਆਂ ਛੱਤਾਂ ਦੇ ਉੱਤੇ ਦੀਵੇ ਜਗਣਗੇ, ਆਸਮਾਨ ਵਿੱਚ ਫੁੱਲ ਝੜੀਆਂ ਉੱਡਣਗੀਆਂ, ਬੜਾ ਕੁਛ ਹੋਏਗਾ, ਚਾਨਣ ਹੀ ਚਾਨਣ ਹੋਏਗਾ ਸਾਰੇ ਪਾਸੇ, ਕਿਤੇ ਲਾਈਟਿੰਗ ਕਿਤੇ ਕੁਛ। ਪਰ ਹਾਲਾਤ ਸਾਡੇ ਇਹ ਹੋਣਗੇ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਅੰਦਰ ਸਾਡੇ ਅਗਿਆਨਤਾ ਦਾ ਹਨੇਰਾ ਪਸਰਿਆ ਹੋਏਗਾ। ਤੇ ਕਮਾਲ ਦੀ ਗੱਲ ਹੈ, ਦੇਖੋ ਜੇ ਬਾਹਰ ਕਦੀ ਹਨੇਰਾ ਹੋਵੇ ਨਾ ਤੇ ਬੰਦੇ ਨੂੰ ਕੁਝ ਭੁੱਲਦਾ ਨਹੀਂ ਹੁੰਦਾ। ਆਪਾਂ ਹਨੇਰੇ 'ਚ ਬੈਠੇ ਹੋਈਏ, ਹਨੇਰੇ 'ਚ ਤੁਰਦੇ ਹੋਈਏ, ਕਿ ਸਾਨੂੰ ਆਪਣਾ ਨਾਂ ਭੁੱਲ ਜਾਂਦਾ ਕਦੀ? ਹਨੇਰਾ ਹੋਣ ਦੇ ਨਾਲ ਸਾਨੂੰ ਆਪਣੇ ਪੁੱਤਰ ਧੀਆਂ ਭੁੱਲ ਜਾਂਦੇ ਨੇ। ਜਿੰਨਾ ਮਰਜ਼ੀ ਬਾਹਰ ਹਨੇਰਾ ਹੋਵੇ ਸਾਨੂੰ ਆਪਣਾ ਨਾਂ ਵੀ ਚੇਤੇ ਰਹਿੰਦਾ ਹੈ, ਸਾਨੂੰ ਘਰ ਚੇਤੇ ਰਹਿੰਦਾ ਹੈ, ਸਾਨੂੰ ਪੁੱਤਰ ਧੀਆਂ ਦੇ ਨਾਂ ਚੇਤੇ ਰਹਿੰਦੇ, ਸਭ ਕੁਝ ਚੇਤਾ ਰਹਿੰਦਾ ਹੈ। ਬਸ ਨਹੀਂ ਦਿਸਦਾ ਤੇ ਇੱਕ ਬਾਹਰੋਂ ਨਹੀਂ ਕੁਛ ਦਿਸਦਾ, ਅਦ੍ਰਿਸ਼ਟ ਨਹੀਂ ਦਿਸਦਾ। ਅਦ੍ਰਿਸ਼ਟ ਤੇ ਸਭ ਕੁਛ ਯਾਦ ਰਹਿੰਦਾ। ਪਰ ਜਦੋਂ ਅੰਦਰ ਹਨੇਰਾ ਹੋ ਜਾਵੇ ਨਾ, ਉਦੋਂ ਆਪਣਾ ਆਪ ਵੀ ਭੁੱਲ ਜਾਂਦਾ ਹੁੰਦਾ ਹੈ। ਸੁਣ ਹੋ ਰੇ ਤੂੰ ਕੌਣ ਕਹਾਂ ਤੇ ਆਇਓ, ਇਹ ਸਾਡੇ ਅੰਦਰ ਦੇ ਹਨੇਰੇ ਦੀ ਗੱਲ। ਜਦੋਂ ਅੰਦਰ ਹਨੇਰਾ ਹੋ ਜੇ ਉਦੋਂ ਪਤਾ ਹੀ ਨਹੀਂ ਲੱਗਦਾ ਕਿ ਮਨ ਤੂੰ ਜੋਤ ਸਰੂਪ ਹੈ। ਉਦੋਂ ਪਤਾ ਹੀ ਨਹੀਂ ਲੱਗਦਾ ਵੀ ਅਸੀਂ, ਕਹੋ ਕਬੀਰ ਹਮ ਰਾਮ ਕੀ ਅੰਸ਼, ਕਾਰਨ ਸਾਡੇ ਅੰਦਰ ਹਨੇਰਾ ਹੋ ਚੁੱਕਾ ਹੈ। ਤਾਂ ਇਹ ਬਾਹਰ ਦੇ ਦੀਵੇ ਜਗਾਉਣ ਦਾ ਭਾਵ ਇਹ ਹੈ ਕਿ ਸਤਿਗੁਰੂ
ਤਰਸ ਕਰ ਸਾਡੇ ਅੰਦਰ ਵੀ ਕਿਤੇ ਨਾਮ ਦਾ ਦੀਵਾ ਜਿਹੜਾ ਉਹ ਜਗ ਜਾਏ। ਸਾਨੂੰ ਵੀ ਇਸ ਕਿਲੇ ਇਸ ਕੈਦ ਦੇ ਵਿੱਚੋਂ ਰਿਹਾ ਕਰਵਾਈ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੂੰ ਕਦੀ ਅਰਦਾਸ ਕਰੀ ਤੇ ਉਹ ਦਾਤਾ ਜਿਹੜਾ ਸਦ ਬਖਸ਼ਿੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ, ਉਹ ਸਦਾ ਹੀ ਬਖਸ਼ਾਂਦਾ ਹੈ, ਉਹ ਸਦਾ ਹੀ ਮਿਹਰਵਾਨ ਹੈ ਤੇ ਉਹ ਸਾਰਿਆਂ ਨੂੰ ਆਸਰਾ ਦਿੰਦਾ ਹੈ। ਦੂਜਾ ਕਾਟੀ ਬੇਰੀ ਪਗਹੁ ਤੇ ਮਨਹਿ ਕੀਓ ਪ੍ਰਗਾਸ, ਸਤਿਗੁਰੂ ਪਾਤਸ਼ਾਹ ਆਪਣੇ ਸਿੱਖ ਦੀਆਂ ਬੇੜੀਆਂ ਜਿਹੜੀਆਂ ਉਹ ਵੀ ਕੱਟਦਾ। ਦੇਖੋ ਭਾਵੇਂ ਅਸੀਂ ਮਹਾਰਾਜ ਦੇ ਸਰਗੁਣ ਸਰੂਪ ਦੀ ਗੱਲ ਕਰੀਏ, ਭਾਵੇਂ ਅਸੀਂ ਨਿਰਗੁਣ ਸਰੂਪ ਦੀ ਗੱਲ ਕਰੀਏ, ਦੇਖੋ ਇਹ ਦੋਵੇਂ ਪੱਖ ਨੇ ਸਾਡੇ ਸਾਹਮਣੇ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਸਰੀਰ ਕਰਕੇ ਮਹਾਰਾਜ ਨੇ ਆਪਣੀ ਕਾਇਆ ਨੂੰ ਪੰਥ ਦੀਆਂ ਅੱਖਾਂ ਤੋਂ ਓਹਲੇ ਕੀਤਾ ਤੇ ਹੁਕਮ ਕਰ ਦਿੱਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਸੱਚਖੰਡ ਪਿਆਨਾ ਕਰ ਦਿੱਤਾ। ਉਸ ਤੋਂ ਕਿੰਨੇ ਸਮੇਂ ਬਾਅਦ ਦੀ ਘਟਨਾ ਹੈ ਸਾਡੇ ਸਾਹਮਣੇ ਕਿ ਜਦੋਂ ਬਾਲਾ ਰਾਓ ਤੇ ਰੁਸਤਮ ਰਾਓ ਪੂਨੇ ਸਤਾਰੇ ਦੀ ਜੇਲ੍ਹ ਵਿੱਚ ਬੈਠੇ ਨੇ। ਭਾਵੇਂ ਅੱਜ ਅਸੀਂ ਕਹਿ ਦਿੰਦੇ ਲਓ ਜੀ ਹੁਣ ਗੁਰੂ ਸਾਹਿਬ ਕਿਹੜਾ ਸਰੀਰ ਕਰਕੇ ਹੈਗੇ ਸਾਡੀਆਂ ਬੇੜੀਆਂ ਕੱਟ ਦੇਣ, ਸਿੱਖਾ ਗੁਰੂ ਸ਼ਬਦ ਕਰਕੇ ਅੱਜ ਵੀ ਹਾਜ਼ਰ ਨਾਜ਼ਰੀ। ਤੇ ਮਹਾਰਾਜ ਨੇ ਪੂਨੇ ਸਤਾਰੇ ਦੀ ਜੇਲ੍ਹ 'ਚ ਬੈਠੇ ਉਹਨਾਂ ਰਾਜਿਆਂ ਦੀਆਂ ਦੋਵਾਂ ਕੈਦੀਆਂ ਦੀਆਂ ਜਿਹੜੀਆਂ ਬੇੜੀਆਂ ਸੀ ਉਹ ਕੱਟੀਆਂ, ਉਹਨਾਂ ਨੂੰ ਆਪਣੇ ਘੋੜੇ ਦੀਆਂ ਰਕਾਬਾਂ ਫੜਾ ਕੇ ਉਹਨਾਂ ਨੂੰ ਰਿਹਾ ਕੀਤਾ। ਜਦੋਂ ਆਪਾਂ ਮਨਮਾੜ ਸਾਹਿਬ ਦਰਸ਼ਨ ਦੀਦਾਰ ਕਰਦੇ ਉੱਥੇ ਆ ਕੇ ਮਹਾਰਾਜ ਨੇ ਉਹਨਾਂ ਨੂੰ ਬਿਠਾਇਆ, ਉੱਥੇ ਆ ਕੇ ਉਹਨਾਂ ਨੂੰ ਬਖਸ਼ਿਸ਼ਾਂ ਦਿੱਤੀਆਂ। ਭਾਵ ਸਤਿਗੁਰ ਤਾਂ ਅੱਜ ਵੀ ਸਿੱਖ ਦੇ ਬੰਧਨ ਕੱਟਦਾ। ਤੇ ਯਾਦ ਰੱਖੀਏ ਅਸੀਂ ਜੁੜਨਾ ਕੀ ਹੈ। ਮਹਾਰਾਜ ਨੇ ਸਾਨੂੰ ਕਿਹਾ ਤੂੰ ਸ਼ਬਦ ਦੇ ਨਾਲ ਜੁੜ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਇਹ ਕਿਹਾ ਸੀ ਨਾ ਕਿ ਮਹਾਰਾਜ ਤੁਹਾਡੇ ਦਰਸ਼ਨ ਦੀਦਾਰ ਅਸੀਂ ਥਾਂ ਪਰ ਥਾਂ ਕਿਵੇਂ ਕਰਾਂਗੇ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਕਿਹਾ ਸੀ ਤੁਸੀਂ ਸ਼ਬਦ ਦੇ ਨਾਲ ਜੁੜ ਜਾਓ, ਮੇਰਾ ਰੂਪ ਜਿਹੜਾ ਉਹ ਸ਼ਬਦ ਹੈ ਤੇ ਸ਼ਬਦ ਕਰਕੇ ਮੈਂ ਸਾਰੀਆਂ ਥਾਵਾਂ ਦੇ ਉੱਤੇ ਸਮਾਇਆ ਹੋਇਆ। ਇਹ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਦਾ ਜੀਵਨ ਜਦੋਂ ਅਸੀਂ ਅੱਜ ਬੰਦੀ ਛੋੜ ਦੀ ਗੱਲ ਕਰਦੇ ਹਾਂ ਤੇ ਮਹਾਰਾਜ ਸਾਹਿਬ ਜੀ ਨੇ ਸਾਡੇ ਜੀਵਨ ਦੇ ਅੰਦਰ ਬਸ ਇਹੀ ਅਰਦਾਸ ਕਰਨ ਦਾ ਇੱਕ ਤਰੀਕਾ ਸਿਖਾਇਆ, ਸਿੱਖਾ ਤੇਰੇ ਅੰਦਰ ਵੀ ਅਗਿਆਨਤਾ ਦੇ ਬੰਧਨ ਨੇ, ਤੇਰੇ ਕੋਲ ਕਰਮਾਂ ਤੇ ਕੁਕਰਮਾਂ ਦੀਆਂ ਬੇੜੀਆਂ ਜਿਹੜੀਆਂ ਤੈਨੂੰ ਪਈਆਂ ਨੇ, ਮੋਹ ਦੀਆਂ ਬੇੜੀਆਂ ਤੇਰੇ ਇਸ ਸਰੀਰ ਨੂੰ ਵੀ ਪਈਆਂ ਹੋਈਆਂ ਨੇ, ਤੇਰੇ ਮਨ ਨੂੰ ਵੀ ਪਈਆਂ। ਬੰਦਗੀ ਕਰਨੀ ਚਾਹੁੰਦਾ ਬੰਦਾ ਪਰ ਮੋਹ ਦੀ ਬੇੜੀ ਐਸੀ ਪਈ ਹੁੰਦੀ ਹੈ ਵੀ ਆਹ ਵੀ ਕੰਮ ਕਰ ਲਈਏ, ਆਹ ਵੀ ਕੰਮ ਕਰ ਲਈਏ, ਬਸ ਉਸ ਤੋਂ ਬਾਅਦ ਬੰਦੇ ਦੀ ਜ਼ਿੰਦਗੀ ਸਮਾਪਤੀ ਵੱਲ ਤੁਰ ਪੈਂਦੀ। ਮੈਂ ਕੇਵਲ ਇੰਨਾ ਕੁ ਜ਼ਿਕਰ ਕਰਾਂ, ਦੇਖੋ ਅੱਜ ਸਾਰੀ ਦੁਨੀਆ ਨੇ ਬਾਹਰ ਦੇ ਦੀਵੇ ਬਾਲਣੇ ਨੇ ਪਰ ਅਸੀਂ ਕਦੀ ਜ਼ਿਕਰ ਕਰੀਏ ਜਦੋਂ ਅਸੀਂ ਭਾਈ ਗੁਰਦਾਸ ਸਾਹਿਬ ਜੀ ਦੇ ਇੱਕ ਬਚਨ ਪੜ੍ਹਦੇ ਹਾਂ ਦੀਵਾਲੀ ਤੇ ਖਾਸ ਕਰਕੇ ਦੀਵਾਲੀ ਕੀ ਰਾਤ ਦੀਵੇ ਬਾਲੀਅਨ, ਭਾਵੇਂ ਉਹ ਸਾਰੇ ਦਾ ਸਾਰਾ ਸ਼ਬਦ ਜਿਹੜਾ ਉਹ ਮਰਗ ਦੇ ਨਾਲ ਮੌਤ ਦੇ ਨਾਲ ਜੁੜਿਆ ਪਰ ਅਸੀਂ ਚਲੋ ਇੱਕ ਪੰਕਤੀ ਲੈ ਕੇ ਉਸ ਸ਼ਬਦ ਨੂੰ ਆਧਾਰ ਬਣਾ ਲੈਂਦੇ। ਹੁਣ ਸਾਰੇ ਸ਼ਬਦ ਦਾ ਸਮਾਂ ਨਹੀਂ, ਮੈਂ ਇਸ਼ਾਰਾ ਮਾਤਰ ਇਹ ਕਰਾਂ ਕਿ ਦੇਖੋ ਰਾਤ ਨੂੰ ਬੰਦਾ ਛੱਤ ਤੇ ਦੀਵਾ ਬਾਲਦਾ ਤੇ ਸਾਡੇ ਥੱਲੇ ਉਤਰਨ ਤੋਂ ਪਹਿਲਾਂ ਕਈ ਵਾਰ ਉਹ ਦੀਵਾ ਜਿਹੜਾ ਉਹ ਬੁਝ ਜਾਂਦਾ। ਦੋ ਕਾਰਨ ਹੋ ਜਾਂਦੇ ਨੇ, ਜਾਂ ਤਾਂ ਹਨੇਰੀ ਹਵਾ ਦਾ ਮੁਕਾਬਲਾ ਨਹੀਂ ਕਰ ਪਾਉਂਦਾ ਤੇ ਜਾਂ ਫਿਰ ਉਸ ਦੀਵੇ ਵਿੱਚੋਂ ਤੇਲ ਮੁੱਕ ਜਾਂਦਾ। ਸਾਹਿਬ ਦੀ ਬਾਣੀ ਇੱਕ ਬਚਨ ਕਹਿੰਦੀ ਹੈ, ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ, ਰੇ ਬੌਰੇ ਤੋਹੇ ਘਰੀ ਨਾ ਰਾਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਕਿ ਬਾਹਰ ਦਾ ਦੀਵਾ ਜਦੋਂ ਤੇਲ ਮੁੱਕਿਆ, ਰਾਤ ਨੂੰ ਜਿਸ ਦੀਵੇ ਨੂੰ ਲੋਕਾਂ ਨੇ ਸਜਾ ਕੇ ਰੱਖਿਆ ਨਾ ਵੀ ਇਹਨੂੰ ਇੱਥੇ ਲਾਓ, ਇਹਦੇ 'ਚ ਤੇਲ ਪਾਓ, ਇਹਨੂੰ ਧੋ ਕੇ ਲਾਓ, ਚੰਗੀ ਸੁੱਚੀ ਥਾਂ ਤੇ ਲਾਓ, ਉੱਚੀ ਥਾਂ ਤੇ ਲਾਓ, ਮਾਫ ਕਰਿਓ ਸਵੇਰੇ ਉਹਨਾਂ ਦੀਵਿਆਂ ਨੂੰ ਬੰਦੇ ਇਕੱਠੇ ਕਰਕੇ ਬਚਪਨ 'ਚ ਅਸੀਂ ਖੁਦ ਕਰਦੇ ਰਹੇ, ਤੁਸੀਂ ਵੀ ਕੀਤਾ ਹੈਗਾ, ਬਨੇਰਿਆਂ ਤੋਂ ਦੀਵੇ ਚੁੱਕ ਕੇ ਨਿਆਣੇ ਇੱਕ ਦੂਜੇ ਨਾਲ ਮਾਰ ਕੇ ਤੋੜਦੇ ਹੁੰਦੇ ਨੇ ਵੀ ਹੁਣ ਸੁੱਟਣੇ ਤਾਂ ਹੈਗੇ, ਕਿਉਂ ਨਾ ਝੱਟ ਖੇਡ ਹੀ ਲਈਏ। ਉਹਨਾਂ ਦੀਵਿਆਂ ਨੂੰ ਨਿਆਣੇ ਤੋੜ ਕੇ ਸੁੱਟਦੇ ਹੁੰਦੇ ਜਿਹਨੂੰ ਰਾਤ ਸਜਾ ਕੇ ਰੱਖਿਆ ਸੀ। ਤਾਂ ਸਾਹਿਬ ਪਾਤਸ਼ਾਹ ਕਹਿੰਦੇ ਹਵਾ ਦਾ ਮੁਕਾਬਲਾ ਨਾ ਹੋਇਆ, ਦੀਵਾ ਬੁਝ ਗਿਆ, ਜਾਂ ਫਿਰ ਤੇਲ ਮੁੱਕ ਗਿਆ, ਦੀਵਾ ਬੁਝ ਗਿਆ। ਗੁਰਸਿੱਖਾ ਤੇਰੇ ਅੰਦਰ ਸਤਿਗੁਰ ਸ਼ਬਦ ਉਜਾਰੋ, ਦੀਪਾਵਲੀ ਖੇਡ ਵਰਤ ਜੇ, ਫਿਰ ਵਾਸ਼ਨਾਵਾਂ ਦਾ ਮੁਕਾਬਲਾ ਤੂੰ ਕਰ ਲਵੇਂਗਾ, ਵਾਸ਼ਨਾਵਾਂ ਨਾਲ ਤੇਰਾ ਦੀਵਾ ਨਹੀਂ ਬੁਝੇਗਾ। ਦੂਜਾ ਇਹ ਹੈ, ਤੂੰ ਇੰਨਾ ਗੱਲ ਯਾਦ ਰੱਖ ਕਿ ਜਿਸ ਦਿਨ ਤੇਰੇ ਅੰਦਰੋਂ ਇਹ ਸਵਾਸਾਂ ਦੀ ਬੱਤੀ ਵਾਲੀ ਖੇਡ, ਇਹ ਤੇਲ ਵਾਲੀ ਖੇਡ ਖਤਮ ਹੋ ਗਈ, ਤੇਲ ਜਲੈ ਬਾਤੀ ਠਹਿਰਾਨੀ, ਤੇਲ ਜਲਦਾ ਸਵਾਸਾਂ ਦਾ, ਬਾਤੀ ਠਹਿਰਾਨੀ ਸੂਨਾ ਮੰਦਰ ਹੋਈ। ਆਖਰ ਜਦੋਂ ਇਹ ਜੋਤ ਅੰਦਰੋਂ ਬੁਝਦੀ ਹੈ, ਦੀਵਾ ਬੁਝਦਾ, ਰੇ ਬੌਰੇ ਤੋਹੇ ਘਰੀ ਨਾ ਰਾਖੈ ਕੋਈ, ਤੈਨੂੰ ਕਿਸੇ ਨੇ ਘੜੀ ਨਹੀਂ ਰੱਖਣਾ। ਇੱਥੇ ਤਾਂ ਇਹ ਖੇਡ ਵਰਤ ਜਾਣੀ, ਆਦ ਘਰੀ ਕੋ ਨਹਿ ਰਾਖੈ ਘਰ ਤੇ ਦੇਤ ਨਿਕਾਰ, ਕਿਸੇ ਨੇ ਨਹੀਂ ਰੱਖਣਾ। ਤੂੰ ਰਾਮ ਨਾਮ ਜਪ ਸੋਈ। ਤੇ ਯਾਦ ਰੱਖੀ ਜਿਨ੍ਹਾਂ ਅੰਦਰ ਸ਼ਬਦ ਦਾ ਦੀਵਾ ਜਗ ਗਿਆ ਨਾ, ਮੈਂ ਜ਼ਿਕਰ ਕਰਾਂ ਉਹ ਭਗਤ ਕਬੀਰ ਜੀ, ਭਗਤ ਰਵਿਦਾਸ, ਭਗਤ ਨਾਮਦੇਵ, ਜਿਨ੍ਹਾਂ ਦਾ ਮਰਜ਼ੀ ਜ਼ਿਕਰ ਕਰੀਏ, ਉਹ ਸਰੀਰ ਕਰਕੇ ਭਾਵੇਂ ਸੰਸਾਰ ਤੋਂ ਚਲੇ ਗਏ ਪਰ ਉਹਨਾਂ ਦੇ ਨਾਮ ਦਾ ਦੀਵਾ ਅੱਜ ਵੀ ਜਗਦਾ ਪਿਆ।
ਉਸੇ ਤਰ੍ਹਾਂ ਜਗਦਾ ਪਿਆ, ਕੋਈ ਉਹਦੇ ਵਿੱਚ ਵਾਧ ਘਾਟ ਨਹੀਂ। ਤੂੰ ਸ਼ਬਦ ਦਾ ਦੀਵਾ ਆਪਣੇ ਅੰਦਰ ਬਾਲ, ਤੇਰੇ ਜਾਣ ਤੋਂ ਲੱਖਾਂ ਸਾਲਾਂ ਬਾਅਦ ਤੱਕ ਵੀ ਦੁਨੀਆ ਤੈਨੂੰ ਯਾਦ ਰੱਖੇਗੀ ਤੇ ਤੇਰੇ ਨਾਮ ਨੂੰ ਸਿਜਦੇ ਹੋਇਆ ਕਰਨਗੇ। ਇਹ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੇ ਸਾਨੂੰ ਸਿਖਾਇਆ ਕਿ ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਉਹ ਡੀਨਾ, ਕਿ ਦਾਤਾ ਜਿਹੜਾ ਉਹ ਬੰਦੀ ਛੋੜ ਹੈ, ਉਹ ਸਦਾ ਬੰਧਨਾਂ ਤੋਂ ਰਹਿਤ ਕਰਦਾ ਹੈ ਤੇ ਉਹ ਬਖਸ਼ਾਂਦਾ ਹੈ, ਉਹ ਮਿਹਰਬਾਨ ਹੈ ਤੇ ਸਭਨਾਂ ਨੂੰ ਆਸਰਾ ਦਿੰਦਾ ਹੈ। ਅਖੀਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲੇਹੋ ਇਹ ਬਾਰੀ। ਦਾਤਾ ਇਸ ਵਾਰ ਸਾਨੂੰ ਰੱਖ ਲਾ, ਕਿਉਂਕਿ ਪਹਿਲਾਂ ਹਰ ਵਾਰ ਅਸੀਂ ਜੀਵਨ ਦੀਆਂ ਬਾਜ਼ੀਆਂ ਹਾਰੇ ਹਾਂ, ਪਰ ਇਸ ਵਾਰ ਨਾ ਹਾਰ ਜਾਈਏ, ਸਾਡੇ ਤੇ ਕਿਰਪਾ ਕਰ ਤੇ ਸਾਨੂੰ ਰੱਖ ਲਾ। ਅਸੀਂ ਸੰਤ ਪਾਛੈ ਪਰਿਓ, ਕਮਾਈ ਵਾਲਿਆਂ ਦਾ ਆਸਰਾ ਲੈ ਕੇ ਤੇਰੀ ਹਜ਼ੂਰੀ ਸ਼ਰਨ ਵਿੱਚ ਆਏ ਹਾਂ, ਤੇ ਤੂੰ ਦਾਤਾ ਕਿਰਪਾ ਰਹਿਮਤ ਦੇ ਘਰ ਵਿੱਚ ਆ ਕੇ ਸਾਡਾ ਉਧਾਰ ਕਰ ਦੇ ਤੇ ਸਾਡੇ ਅੰਦਰ ਨਾਮ ਦਾ ਦੀਵਾ ਜਿਹੜਾ ਜਗਾ ਦੇ। ਪ੍ਰਾਰੰਭਤਾ ਦੇ ਬਚਨ ਸੀ, ਸਤਿਗੁਰ ਆਇਓ ਸ਼ਰਨ ਤੁਹਾਰੀ। ਬਸ ਅੱਜ ਇਹੀ ਅਰਦਾਸਾਂ ਕਰੀਏ, ਦਾਤਾ ਅਸੀਂ ਇੰਨੇ ਹਜ਼ਾਰਾਂ ਕਿਲੋਮੀਟਰਾਂ ਤੋਂ ਚੱਲ ਕੇ ਤੇਰੀ ਇਸ ਪਾਵਨ ਸ਼ਰਨ, ਤੇਰੀ ਇਸ ਪਾਵਨ ਹਜ਼ੂਰੀ, ਤੇਰੇ ਇਸ ਪਾਵਨ ਅਸਥਾਨਾਂ ਤੇ ਆਏ ਹਾਂ, ਤੇ ਕਿਰਪਾ ਕਰ ਦਾਤਾ ਲੇਖਾ ਛੋੜ ਅਲੇਖਾ ਛੁਟੈ ਹਮ ਨਿਰਗੁਣ ਲਿਹੋ ਬਾਰੀ। ਸਾਨੂੰ ਉਬਾਰ, ਸਾਡਾ ਪਾਰ ਉਤਾਰਾ ਕਰ ਤੇ ਸਾਡੀ ਅਗਿਆਨਤਾ ਦੇ ਬੰਧਨ ਤੇ ਹਨੇਰੇ ਜਿਹੜੇ ਨੇ ਉਹ ਕੱਟ ਦੇਣੇ ਕਰ। ਇਹ ਮਹਾਰਾਜ ਨੇ ਅੱਜ ਅਸੀਸਾਂ ਪਾਵਨ ਮੁੱਖ ਵਾਕ ਦੇ ਰੂਪ 'ਚ ਬਖਸ਼ੀਆਂ। ਭੁੱਲਾਂ ਦੀ ਖਿਮਾ ਆਪ ਸਾਰੀਆਂ ਸੰਗਤਾਂ ਨੂੰ, ਸਮੁੱਚੇ ਪੰਥ ਨੂੰ ਹਜ਼ੂਰ ਪਾਤਸ਼ਾਹ ਜੀ ਦੇ ਇਸ ਪਾਵਨ ਬੰਦੀ ਛੋੜ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ। ਮਹਾਰਾਜ ਸਭਨਾਂ ਨੂੰ ਚੜ੍ਹਦੀ ਕਲਾ, ਗੁਰਸਿੱਖੀ ਜੀਵਨ, ਸ਼ਬਦ ਦੀ ਦਾਤ ਬਖਸ਼ ਕੇ ਨਿਵਾਜਣਾ ਕਰਨ। ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾਂ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਇਹ ਬਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ